ਸੋ ਰੱਬ ਦੀ ਰਜ਼ਾ ਹੈ, ਸੈਣੀ ਨੂੰ ਤਾਂ ਅੰਦਰ ਭੇਜਾਂਗਾ। ਮੈਂ ਤੁਹਾਡੇ ਦਰਸ਼ਕਾਂ ਸਾਹਮਣੇ ਵਾਅਦਾ ਕਰ ਚੁੱਕਿਆ, ਸਿਰਫ ਇੱਕੋ ਹੀ ਬੇਨਤੀ ਮੈਂ ਕੀਤੀ ਸੀ ਕਿ ਆਪਣੀ ਅਰਦਾਸਾਂ ਬਰਕਰਾਰ ਰੱਖਿਓ। ਜੋ ਇਹ ਕਲੇਮ ਕਰਦਾ ਹੈ ਕਿ ਜੀ ਮੈਂ ਅੱਤਵਾਦ ਨਾਲ ਲੜਿਆ ਜਾਂ ਮੈਂ ਕੋਈ ਇਹੋ ਜਿਹੀ ਚੀਜ਼ ਕੀਤੀ, ਉਹ ਨਹੀਂ ਕੀਤੀ। ਇਹਨੇ ਇਨੋਸੈਂਟ ਬੰਦਿਆਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਆਹ ਚੀਜ਼ਾਂ ਕਲੀਅਰਲੀ ਸ਼ੋ ਕਰਦੀਆਂ ਹੈ ਕਿ ਸੁਮੇਧ ਸਿੰਘ ਸੈਣੀ ਇਨੋਸੈਂਟ ਬੰਦਿਆਂ ਨੂੰ ਮਾਰਦਾ ਹੈ ਔਰ ਉਹਨਾਂ ਦੇ ਉੱਤੇ ਝੂਠੇ ਕੇਸਿਸ ਪਲਾਂਟ ਕਰਦਾ ਹੈ, ਸ਼ੋ ਕਰਨ ਦੇ ਲਈ ਕਿ ਉਹ ਕੋਈ ਲੜਾਈ ਲੜ ਰਿਹਾ ਸੀ। ਤੁਹਾਨੂੰ ਕਮੀ ਕਿੱਥੇ ਲੱਗ ਰਹੀ ਹੈ? ਕਿਉਂਕਿ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਕਿਹੜੀਆਂ ਉਹ ਤਾਕਤਾਂ ਹੈਗੀਆਂ ਨੇ ਜੋ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ। ਜਿਹੜੇ ਸੈਣੀ ਦਾ ਇੱਕੋ ਹੀ ਤਰੀਕਾ ਹੈ ਇਨਵੈਸਟੀਗੇਸ਼ਨ ਨੂੰ ਡੀਰੇਲ ਕਰਨ ਦਾ। ਦੇਖੋ ਸੈਣੀ ਆਪ ਇੱਕ ਸ਼ਾਤਰ ਪੁਲਿਸ ਵਾਲਾ ਰਿਹਾ ਹੈ, ਉਹਨੂੰ ਪਤਾ ਹੈ ਸਿਸਟਮ ਨਾਲ ਕਿਵੇਂ ਖੇਡੀਦਾ ਹੈ। ਜੇ ਕੈਨੇਡਾ ਫਰਾਰ ਹੋ ਗਿਆ ਉਸ ਥਾਣੇ ਦਾ ਐਸਐਚਓ ਜੋ ਉਸ ਵੇਲੇ ਦਾ ਐਸਐਚਓ ਸੀਗਾ, ਤੇ ਕੀ ਇਸ ਮਾਮਲੇ ਦੇ ਵਿੱਚ ਉਸ ਨੂੰ ਕਿਉਂ ਨਹੀਂ ਲਿਆਂਦਾ ਗਿਆ? ਐਸਆਈਟੀ ਕੀ ਕਰ ਰਹੀ ਸੀਗੀ ਇੱਥੇ? ਐਸਆਈਟੀ ਜਦੋਂ ਤੱਕ ਕਿਸੇ ਬੰਦੇ ਦਾ ਲਿੰਕ ਲੱਭਦੀ ਹੈ, ਸੈਣੀ ਉਹ ਬੰਦਾ ਬਚਾ ਦਿੰਦਾ ਕਿ ਗਵਾਹਾਂ ਨੂੰ ਡਰਾਉਣ ਦਾ, ਜੱਜਸ ਨੂੰ ਧਮਕਾਉਣ ਦਾ ਔਰ ਐਵੀਡੈਂਸ ਡਿਸਟਰੋਏ ਕਰਨ ਦਾ ਸੈਣੀ ਦਾ ਤਰੀਕਾ ਹੈ ਕਿ ਅੱਗੇ ਆਓ ਔਰ ਜਿਹਨੂੰ ਜੋ ਪਤਾ ਹੈ ਉਹ ਫੈਕਟਸ ਪਲੀਜ਼ ਬਿਆਨ ਕਰੋ। ਸਤਿ ਸ਼੍ਰੀ ਅਕਾਲ, ਮੈਂ ਅਮਨ ਮੋਹਨ ਮੋਹਜਾਲ। ਸੋ ਬਲਵੰਤ ਸਿੰਘ ਮੁਲਤਾਨੀ ਮਾਮਲੇ ਦੇ ਵਿੱਚ ਸੁਮੇਧ ਸਿੰਘ ਸੈਣੀ ਹਾਲੇ ਵੀ ਗਿਰਫਤ ਤੋਂ ਬਾਹਰ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਛੇਤੀ ਹੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਹੋਵੇਗੀ ਤੇ ਅੱਜ ਕੱਲ੍ਹ ਦੇ ਵਿੱਚ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੇਗੀ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਸੁਮੇਧ ਸਿੰਘ ਸੈਣੀ ਦਾ ਕੁਝ ਪਤਾ ਹੀ ਨਹੀਂ ਲੱਗਿਆ, ਉਹ ਕਿੱਧਰ ਅਲੋਪ ਹੋ ਗਏ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ, ਉੱਥੇ ਰਾਹਤ ਮਿਲਦੀ ਹੈ, ਉਹਨਾਂ ਨੂੰ ਗ੍ਰਿਫਤਾਰੀ ਉੱਤੇ ਰੋਕ ਲੱਗਦੀ ਹੈ, ਅਗਾਊਂ ਜ਼ਮਾਨਤ ਉਹਨਾਂ ਨੂੰ ਮਿਲ ਜਾਂਦੀ ਹੈ। ਪਰ ਸਵਾਲ ਵੱਡਾ ਇਹ ਪੈਦਾ ਹੁੰਦਾ ਹੈ ਕਿ ਬਲਵੰਤ ਸਿੰਘ ਮੁਲਤਾਨੀ ਦੇ ਪੀੜਤ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ। ਸੋ ਇਸ ਮਾਮਲੇ ਨੂੰ ਐਡਵੋਕੇਟ ਪ੍ਰਦੀਪ ਵਿਰਕ ਨੇ ਬਹੁਤ ਹੀ ਗੰਭੀਰਤਾ ਦੇ ਨਾਲ ਚੁੱਕਿਆ ਤੇ ਸੁਮੇਧ ਸਿੰਘ ਸੈਣੀ ਦੇ ਉੱਤੇ ਕਤਲ ਦਾ ਜਿਹੜੀਆਂ ਧਾਰਾਵਾਂ ਲੱਗੀਆਂ 302 ਉਹ ਵੀ ਲੱਗੀਆਂ, ਪਰ ਸੁਮੇਧ ਸਿੰਘ ਸੈਣੀ ਉਸ ਤੋਂ ਬਾਅਦ ਵੀ ਭੱਜਿਆ ਫਿਰਦਾ ਹੈ। ਕਮਜ਼ੋਰ ਕੇਸ ਕਿੱਥੇ ਪੈ ਰਿਹਾ? ਕਿਉਂ ਹਾਲੇ ਤੱਕ ਸੁਮੇਧ ਸਿੰਘ ਸੈਣੀ ਪੁਲਿਸ ਦੀ ਗਿਰਫਤ ਵਿੱਚ ਨਹੀਂ ਆਇਆ? ਹੁਣ ਤਾਂ ਸ਼ਰੇਆਮ ਪੇਸ਼ੀਆਂ ਭੁਗਤਣ ਵੀ ਸੁਮੇਧ ਸਿੰਘ ਸੈਣੀ ਆਉਂਦਾ ਹੈ, ਪੁਲਿਸ ਦੇ ਅੱਗੇ 5-5 ਘੰਟੇ ਬੈਠਦਾ ਵੀ ਹੈ, ਪੁੱਛਗਿੱਛ ਵੀ ਹੁੰਦੀ ਹੈ, ਪਰ ਹਾਲੇ ਤੱਕ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਸੋ ਸਾਰੇ ਸਵਾਲਾਂ ਦੇ ਉੱਤੇ ਗੱਲਬਾਤ ਕਰਾਂਗੇ। ਪ੍ਰਦੀਪ ਵਿਰਕ ਜੀ ਸੀਨੀਅਰ ਐਡਵੋਕੇਟ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸੋ ਸਰ, ਹਮਦਰ ਟੀਵੀ ਦੇ ਨਿੱਘਾ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਜੀ ਸੋ ਪ੍ਰਦੀਪ ਵਿਰਕ ਜੀ, ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ, ਜਦੋਂ ਮੈਂ ਲਾਸਟ ਟਾਈਮ ਤੁਹਾਡਾ ਇੰਟਰਵਿਊ ਕੀਤੀ ਸੀਗੀ, ਤੁਹਾਡੇ ਪੂਰਾ ਜੋਸ਼ ਸੀ, ਤੁਸੀਂ ਕਹਿ ਰਹੇ ਸੁਮੇਧ ਸਿੰਘ ਸੈਣੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਤੁਸੀਂ ਕਰਵਾ ਕੇ ਰਹੋਗੇ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਸੁਮੇਧ ਸਿੰਘ ਸੈਣੀ ਹੁਣ ਤਾਂ ਪੁਲਿਸ ਦੇ ਅੱਗੇ ਵੀ ਆ ਗਿਆ, ਪੇਸ਼ੀਆਂ ਤੇ ਵੀ ਜਾਂਦਾ ਹੈ, 5-5 ਘੰਟੇ ਉਸ ਤੋਂ ਪੁੱਛਗਿੱਛ ਵੀ ਹੁੰਦੀ ਹੈ, ਤੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ? ਹੁਣ ਤਾਂ ਧਾਰਾ 302 ਵੀ ਉਹਨਾਂ ਤੇ ਲੱਗ ਚੁੱਕੀ ਹੈ। ਪਹਿਲੀ ਗੱਲ ਦਾ ਜਵਾਬ ਦਿੰਨਾ, ਜਿਹੜੇ ਜੋਸ਼ ਦੀ ਤੁਸੀਂ ਗੱਲ ਕੀਤੀ ਹੈ, ਜੋਸ਼ ਅੱਜ ਵੀ ਉਹੀ ਬਰਕਰਾਰ ਹੈ, ਕਮਿਟਮੈਂਟ ਲੈਵਲ ਵੀ ਉਹੀ ਹੈ। ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ ਵਧੀਆਂ ਘਟੀਆਂ ਨਹੀਂ। ਸੋ ਕਿਤੇ ਵੀ ਮੇਰੇ ਕੋਲ ਕੋਈ ਕਾਰਨ ਨਹੀਂ ਹੈ ਕਿ ਮੈਂ ਇਹ ਕਹਾਂ ਅੱਜ ਵੀ ਕਿ ਸੁਮੇਧ ਸਿੰਘ ਸੈਣੀ ਬਚ ਗਿਆ। ਦੇਖੋ ਗੁਰਬਾਣੀ 'ਚ ਆਉਂਦਾ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸੋ ਰੱਬ ਦੀ ਰਜ਼ਾ ਹੈ, ਸੈਣੀ ਨੂੰ ਤਾਂ ਅੰਦਰ ਭੇਜਾਂਗਾ। ਮੈਂ ਤੁਹਾਡੇ ਦਰਸ਼ਕਾਂ ਸਾਹਮਣੇ ਵਾਅਦਾ ਕਰ ਚੁੱਕਿਆ, ਸਿਰਫ ਇੱਕੋ ਹੀ ਬੇਨਤੀ ਮੈਂ ਕੀਤੀ ਸੀ ਕਿ ਆਪਣੀ ਅਰਦਾਸਾਂ ਬਰਕਰਾਰ ਰੱਖਿਓ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੈਣੀ ਨੂੰ ਅੰਦਰ ਭੇਜਾਂਗੇ ਔਰ ਜ਼ਰੂਰ ਭੇਜਾਂਗੇ। ਦੂਜੀ ਗੱਲ, ਅਜੇ ਤਫਤੀਸ਼ ਦੀ ਸਟੇਜ ਹੈ। ਮੈਂ ਸਿਰਫ ਤਫਤੀਸ਼ ਵੇਲੇ ਦੀ ਅਰੈਸਟ ਦੀ ਗੱਲ ਨਹੀਂ ਕਰ ਰਿਹਾ, ਮੈਂ ਕਨਵਿਕਸ਼ਨ ਦੀ ਗੱਲ ਕਰਦਾ ਕਿ ਅਖੀਰ ਦੇ ਵਿੱਚ ਇਸ ਕੇਸ ਦੇ ਵਿੱਚ ਚਲਾਨ ਵੀ ਆਊਗਾ, ਜਿੰਨੀ ਮਰਜ਼ੀ ਜਿਹੋ ਜਿਹੀ ਮਰਜ਼ੀ ਤਫਤੀਸ਼ ਹੋਵੇ, ਡਿਲੇ ਹੋਵੇ, ਜੋ ਮਰਜ਼ੀ ਹੋਵੇ, ਔਰ ਉਹਦੇ ਵਿੱਚ ਇਨਸਾਫ ਵੀ ਹੋਊਗਾ। ਰੱਬ ਦੇ ਘਰ ਦੇਰ ਹੈ ਨੇਰ ਨਹੀਂ, ਇਹਨੂੰ ਸਜ਼ਾ ਜ਼ਰੂਰ ਦਵਾਵਾਂਗੇ ਇਸ ਕੇਸ ਦੇ ਵਿੱਚ, ਕਿਉਂਕਿ ਇੱਕ ਸੱਚਾਈ ਤੇ ਬੇਸਡ ਕੇਸ ਹੈ। ਇਹਦੇ ਵਿੱਚ ਮੇਨ ਗੱਲ ਜਿਹੜੀ ਮੈਂ ਕਹਿਣਾ ਕਿ ਬੇਨਕਾਬ ਹੋਇਆ ਸੈਣੀ, ਜੋ ਇਹ ਕਲੇਮ ਕਰਦਾ ਹੈ ਕਿ ਜੀ ਮੈਂ ਅੱਤਵਾਦ ਨਾਲ ਲੜਿਆ ਜਾਂ ਮੈਂ ਕੋਈ ਇਹੋ ਜਿਹੀ ਚੀਜ਼ ਕੀਤੀ, ਉਹ ਨਹੀਂ ਕੀਤੀ। ਇਹਨੇ ਇਨੋਸੈਂਟ ਬੰਦਿਆਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ ਔਰ ਉਹਨਾਂ ਨੂੰ ਮਾਰਿਆ ਹੈ। ਹੁਣ ਕਿਸੇ ਤੇ ਝੂਠੇ ਵੈਪਨਸ ਪਲਾਂਟ ਕਰਕੇ ਕਹਿ ਦੇਣਾ ਉਹ ਅੱਤਵਾਦੀ ਔਰ ਉਹਨੂੰ ਮਾਰ ਦੇਣਾ, ਜੀ ਇਹਦੇ ਨਾਲ ਜਿਹਦੀ ਦੁਸ਼ਮਣੀ ਪਈ, ਉਹ ਤੁਸੀਂ ਦਿੱਲੀ ਇਹਦੇ ਤੇ ਸੀਬੀਆਈ ਦਾ ਕੇਸ ਚੱਲ ਰਿਹਾ, ਉਹਦੇ ਵਿੱਚ ਵੀ 3 ਇਨੋਸੈਂਟ ਬੰਦੇ ਦੁਨੀਆ ਦੇ ਕੋਨੇ-ਕੋਨੇ 'ਚੋਂ ਗਾਇਬ ਹੋ ਗਏ, ਉਹ ਲੱਭ ਨਹੀਂ ਰਹੇ ਕਿਤੇ। ਉਸੇ ਤਰ੍ਹਾਂ ਇੱਥੇ ਮੁਲਤਾਨੀ ਐਂਡ ਭੁੱਲਰ ਫੈਮਿਲੀ ਦੇ ਬੰਦੇ ਉਹ ਗਾਇਬ ਹੋ ਗਏ। ਸੋ ਆਹ ਚੀਜ਼ਾਂ ਕਲੀਅਰਲੀ ਸ਼ੋ ਕਰਦੀਆਂ ਕਿ ਸੁਮੇਧ ਸਿੰਘ ਸੈਣੀ ਇਨੋਸੈਂਟ ਬੰਦਿਆਂ ਨੂੰ ਮਾਰਦਾ ਹੈ ਔਰ ਉਹਨਾਂ ਦੇ ਉੱਤੇ ਝੂਠੇ ਕੇਸਿਸ ਪਲਾਂਟ ਕਰਦਾ ਹੈ, ਸ਼ੋ ਕਰਨ ਦੇ ਲਈ
ਕਿ ਉਹ ਕੋਈ ਲੜਾਈ ਲੜ ਰਿਹਾ ਸੀ, ਕੋਈ ਪ੍ਰਿੰਸੀਪਲਸ ਦੀ ਲੜਾਈ ਲੜ ਰਿਹਾ ਸੀ, ਜੋ ਕਿ ਸੱਚਾਈ ਤੋਂ ਬਿਲਕੁਲ ਉਲਟ ਹੈ ਜੀ। ਇਹ ਕੇਸ ਦੇ ਵਿੱਚ ਵੀ ਉਹਦੀ ਸੱਚਾਈ ਬਾਹਰ ਆਈ ਹੈ, ਇਨੋਸੈਂਟ ਲੋਕਾਂ ਨੂੰ ਮਾਰਨ ਦੀ, ਜਿਹਦੇ ਲਈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਸੋ ਪ੍ਰਦੀਪ ਵੀਰ ਜੀ, ਜਿੱਦਾਂ ਕਿ ਤੁਸੀਂ ਇਸ ਕੇਸ ਨੂੰ ਦੇਖ ਰਹੇ ਹੋ ਜੀ, ਤੇ 1991 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਹੋਰਾਂ ਨੂੰ ਘਰੋਂ ਚੁੱਕਿਆ ਜਾਂਦਾ ਹੈ ਜੀ। ਦਸੰਬਰ ਮਹੀਨੇ ਦੇ ਵਿੱਚ, 11 ਦਸੰਬਰ ਆਈ ਥਿੰਕ, ਤੇ 13 ਦਸੰਬਰ ਨੂੰ 17 ਸੈਕਟਰ ਦੇ ਵਿੱਚ ਥਾਣੇ ਦੇ ਵਿੱਚ ਉਹਨਾਂ ਤੇ FIR ਵੀ ਦਰਜ ਹੁੰਦੀ ਹੈ 1991 ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਟੌਰਚਰ ਕੀਤਾ ਜਾਂਦਾ, ਗਵਾਹਾਂ ਨੇ ਜਿੱਦਾਂ ਦੱਸਿਆ ਕਿ ਥਾਣੇ ਦੇ ਵਿੱਚ ਹੀ ਉਹਨਾਂ ਤੇ ਇੰਨਾ ਜ਼ਿਆਦਾ ਟੌਰਚਰ ਕੀਤਾ ਜਾਂਦਾ ਕਿ ਪੁਲਿਸ ਤਸ਼ੱਦਦ ਨਾਲ ਉਹ ਮਾਰੇ ਗਏ ਨੇ। ਤੇ ਇੰਨੇ ਗਵਾਹ ਵੀ ਉਸ ਵੇਲੇ ਜਿਹੜੇ ਸੁਮੇਧ ਸਿੰਘ ਸੈਣੀ ਦੇ ਨਾਲ ਪੁਲਿਸ ਵਾਲੇ ਕੰਮ ਕਰਦੇ ਸੀ ਉਹ ਵੀ ਗਵਾਹ ਬਣੇ ਹੋਏ ਨੇ। ਤੇ ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਕਮੀ ਕਿੱਥੇ ਲੱਗ ਰਹੀ ਹੈ? ਕਿਉਂਕਿ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਕਿਹੜੀਆਂ ਉਹ ਤਾਕਤਾਂ ਹੈਗੀਆਂ ਨੇ ਜੋ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ। ਦੇਖੋ, ਤਾਕਤ ਤਾਂ ਜੋ ਵੀ ਲੱਗੀ ਹੈ ਸੈਣੀ ਦੇ ਉਲਟ ਲੱਗੀ ਹੈ। ਮੇਰਾ ਰੱਬ ਦੇ ਵਿੱਚ ਵਿਸ਼ਵਾਸ ਬਹੁਤ ਹੈ, ਔਰ ਮੈਂ ਇੱਕੋ ਹੀ ਗੱਲ ਕਹਿਣਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਗੱਲ ਉਹੀ ਹੈ, ਰੱਬ ਨੇ ਜਦੋਂ ਸੋਚ ਲਿਆ ਕਿ ਹੁਣ ਸੈਣੀ ਦੇ ਪਾਪਾਂ ਦਾ ਘੜਾ ਭਰ ਗਿਆ ਤੇ ਇਹਨੂੰ ਕੋਈ ਨਹੀਂ ਬਚਾ ਸਕਦਾ, ਔਰ ਮੇਰਾ ਮੰਨਣਾ ਰੱਬ ਇਹ ਮੰਨ ਚੁੱਕੇ ਹੈ ਕਿ ਬਸ ਇਹਦਾ ਹੁਣ ਪਾਪਾਂ ਦਾ ਘੜਾ ਭਰ ਚੁੱਕਿਆ ਹੈ। ਦੂਜੀ ਗੱਲ, ਜਿੱਥੇ ਤੱਕ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸੈਣੀ ਦੇ ਖਿਲਾਫ ਇੱਕ 30 ਸਾਲ ਤੋਂ ਜਾਂ 29 ਸਾਲਾਂ ਤੋਂ ਜਦੋਂ ਐਵੀਡੈਂਸ ਹੀ ਅੱਗੇ ਨਹੀਂ ਆਈ, ਹੁਣ ਸੁਮੇਧ ਸਿੰਘ ਸੈਣੀ ਦੇ ਜਦੋਂ 2007 ਦੇ ਵਿੱਚ ਆ ਕੇਸ ਖੁੱਲਿਆ ਸੀ, 8 ਦੇ ਵਿੱਚ ਪਰਚਾ ਹੋਇਆ ਸੀ, ਉਸ ਤੋਂ ਬਾਅਦ ਸੈਣੀ ਨੇ ਓਰੀਜਨਲ ਕੇਸ ਫਾਈਲ ਮੰਗਵਾ ਕੇ ਡਿਸਟਰੋਏ ਕਰਵਾਤੀ ਕਾਦੀਆਂ ਤੋਂ। ਹੁਣ ਸੈਕੰਡਰੀ ਐਵੀਡੈਂਸ ਬਣੂਗੀ ਉਹ ਫਾਈਲ ਜਿਹੜੀ ਹੁਣ ਉਹਨਾਂ ਕੋਲ ਪੋਜੈਸ਼ਨ 'ਚ ਹੋਊਗੀ। ਇਹ ਕੋਰਟ ਦੇ ਵਿੱਚ SIT ਨੇ ਬਿਆਨ ਕੀਤਾ ਕਿ ਜੀ ਆ ਤਾਂ ਹੀ 201 ਧਾਰਾ ਡਿਸਟਰਕਸ਼ਨ ਆਫ ਐਵੀਡੈਂਸ ਸੀ ਲੱਗੀ ਹੈ। ਹੁਣ ਓਬਵੀਅਸ ਜੀ ਗੱਲ ਹੈ, ਮੇਨ ਫਾਈਲ ਡਿਸਟਰੋਏ ਹੋਈ ਹੈ, ਉਹ ਤਾਂ ਪ੍ਰੂਫ ਆ ਗਿਆ ਜੀ ਜੀ। ਪੁਲਿਸ ਵਾਲਿਆਂ ਨੇ ਉਹ ਡਿਟੇਲ ਦੇਤੀ, ਥਾਣੇ ਦੇ ਵਿੱਚ ਉਹ ਐਂਟਰੀ ਸੀ, ਸੈਣੀ ਨੇ ਕਰਵਾਈ, ਇਹ ਲਿੰਕ ਆ ਗਿਆ। ਬਾਕੀ ਥਾਵਾਂ ਤੇ ਐਵੀਡੈਂਸ ਕਿੱਥੋਂ ਲਿਆਈ ਹੈ? ਨਾ ਮੁਲਤਾਨੀ ਦੀ ਸਾਡੇ ਕੋਲ ਬੋਡੀ ਹੁਣ ਕਿਤੇ ਸਾਨੂੰ ਮਿਲ ਸਕਦੀ ਹੈ, ਨਾ ਉਹ ਡੰਡਾ ਮਿਲ ਸਕਦਾ ਰਿਕਵਰ ਹੋ ਸਕਦਾ, ਨਾ ਕੱਪੜੇ ਰਿਕਵਰ ਹੋ ਸਕਦੇ, ਕੁਝ ਵੀ ਇਹੋ ਜਿਹਾ ਪ੍ਰੂਫ ਨਹੀਂ ਮਿਲ ਸਕਦਾ। ਸਾਰੀ ਜਿਹੜੀ ਲਿੰਕ ਐਵੀਡੈਂਸ ਬਣ ਰਹੀ ਹੈ ਉਹ ਗਵਾਹਾਂ ਦੇ ਸਿਰ ਤੇ, ਜਾਂ ਜਿਹੜੀ ਲਿਮਿਟਿਡ ਐਵੀਡੈਂਸ 29 ਸਾਲ ਬਾਅਦ ਅਸੀਂ ਇਕੱਠੀ ਕਰ ਪਾ ਰਹੇ ਹਾਂ ਉਹ ਮਿਲ ਰਹੀ ਹੈ। ਜੀ ਜੀ। ਮੇਰੇ ਵਰਗੇ ਲਾਇਰ ਨੂੰ ਵੀ ਜਿਹੜੇ ਗਵਾਹਾਂ ਦਾ ਪਤਾ ਲੱਗ ਰਿਹਾ SIT ਕੋਲ ਰੈਫਰ ਕਰ ਰਿਹਾ, ਜਿੱਥੇ ਜਿਵੇਂ ਸ਼ੁਰੂ ਦੇ ਵਿੱਚ ਵੀ ਕਈ ਵਿਟਨੈਸ ਅੱਗੇ ਲਿਆਂਦੇ, ਉਹ ਇਸੇ ਤਰ੍ਹਾਂ ਅੱਗੇ ਲਿਆਂਦੇ ਕਿਉਂਕਿ ਪਤਾ ਸੀ ਉਹ ਇਸ ਕੇਸ ਦੇ ਵਿੱਚ ਗਵਾਹ ਸੀਗੇ, ਆਏ ਵਿਟਨੈਸਿਸ, ਕਿਸੇ ਨੇ ਕੋਈ ਲੌਕਅਪ 'ਚ ਰਿਹਾ ਸੀ ਉਸ ਵੇਲੇ, ਕਿਸੇ ਨੇ ਬਾਅਦ ਦੇ ਵਿੱਚ ਕੇਸ ਦੇ ਵਿੱਚ ਸੈਣੀ ਨੇ ਐਡਮਿਟ ਕੀਤਾ ਸੀ, ਕਿਸੇ ਨੇ ਕੋਈ ਆਏ ਵਿਟਨੈਸ ਸੀ ਪੁਲਿਸ ਵਾਲਾ ਜਿਹੜਾ ਵਾਦਾ ਮਾਫ ਗਵਾਹ ਬਣ ਗਿਆ। ਉਹ ਚੀਜ਼ਾਂ ਜਦੋਂ ਹੁੰਦੀਆਂ ਗਈਆਂ ਉਹ ਲਿੰਕ ਐਵੀਡੈਂਸ ਬਣ ਰਹੀ ਹੈ। ਐਵੀਡੈਂਸ ਇਹੋ ਜਿਹੇ ਕੇਸ ਦੇ ਵਿੱਚ ਕਦੇ ਵੀ ਸਟਰੋਂਗ ਨਹੀਂ ਹੁੰਦੀ ਜੀ ਜੀ, ਕਿਉਂਕਿ 29 ਸਾਲਾਂ ਤੋਂ ਬਾਅਦ ਜੇ ਆਪਾਂ ਕਹੀਏ ਫੁੱਲ ਪ੍ਰੂਫ ਕੇਸ ਬਣੂਗਾ, ਉਹ ਨਹੀਂ ਬਣੂਗਾ। ਲੇਕਿਨ ਸਜ਼ਾ ਕਰਾਉਣ ਦੇ ਲਈ ਇਹਦੇ ਬਹੁਤ ਹੈ। ਕਿਉਂ? ਪੁਲਿਸ ਵਾਲੇ ਜਿਨ੍ਹਾਂ ਨੇ ਝੂਠਾ ਕੇਸ ਪਾਇਆ ਉਹ ਵੀ ਐਡਮਿਟ ਕਰ ਗਏ। ਹੁਣ ਗੱਲ ਇਹ ਆਉਂਦੀ ਹੈ ਕਿ ਸੈਣੀ ਜਦੋਂ ਤੱਕ ਅਰੈਸਟ ਨਹੀਂ ਹੁੰਦਾ ਉਦੋਂ ਤੱਕ ਇਹ ਸਾਰੀ ਸੱਚਾਈ ਬਿਆਨ ਨਹੀਂ ਕਰੂਗਾ। ਜਿਹੜੇ ਸੈਣੀ ਦਾ ਇੱਕੋ ਹੀ ਤਰੀਕਾ ਹੈ ਇਨਵੈਸਟੀਗੇਸ਼ਨ ਨੂੰ ਡੀਰੇਲ ਕਰਨ ਦਾ। ਦੇਖੋ, ਸੈਣੀ ਆਪ ਇੱਕ ਸ਼ਾਤਰ ਪੁਲਿਸ ਵਾਲਾ ਰਿਹਾ, ਉਹਨੂੰ ਪਤਾ ਹੈ ਸਿਸਟਮ ਨਾਲ ਕਿਵੇਂ ਖੇਡੀਦਾ ਹੈ। ਜਿਹੜਾ ਮੇਨ ਵਿਟਨੈਸ ਬਣਨਾ ਹੈ ਜਾਂ ਜਿਹੜਾ ਮੇਨ ਅਕਿਊਜ਼ਡ ਹੋਊਗਾ ਇਹਦੇ ਨਾਲ, ਸੈਣੀ ਮੇਨ ਅਕਿਊਜ਼ਡ ਹੈ, ਜਿਹੜੇ ਹੋਰ ਵੀ ਕੋ ਅਕਿਊਜ਼ਡ ਹੋਣਗੇ ਜਿਨ੍ਹਾਂ ਦਾ ਇਕੁਅਲ ਜਾਂ ਇਹਦੇ ਤੋਂ ਥੋੜਾ ਜਿਹਾ ਘੱਟ ਰੋਲ ਹੋਊਗਾ, ਇਹਨੇ ਉਹ ਭਜਾ ਦੇਣੇ ਹੈ। ਜੀ ਜੀ ਜੀ। ਉਹਨਾਂ ਨੂੰ ਭਜਾਉਣ ਤੋਂ ਬਾਅਦ ਨਾ ਉਹ ਤਫਤੀਸ਼ ਪੂਰੀ ਹੋ ਸਕੇ, ਨਾ ਉਹ ਬੰਦੇ ਫੜੇ ਜਾਣ, ਨਾ ਉਹ ਲਿੰਕ ਐਵੀਡੈਂਸ ਤੱਕ ਗੱਲ ਆਵੇ। ਤੁਸੀਂ ਇਹਦੇ ਖਿਲਾਫ ਕੋਈ ਕੇਸ ਲੈ ਲਓ। ਸੋ ਪ੍ਰਦੀਪ ਵੀਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿਉਂਕਿ ਹੁਣ ਤਾਂ ਲੋਕਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਇਸ ਮਾਮਲੇ ਦੇ ਵਿੱਚ SIT ਕਿਤੇ ਨਾ ਕਿਤੇ ਕਮਜ਼ੋਰ ਪੈ ਰਹੀ ਹੈ, ਕਿਉਂਕਿ ਤੁਸੀਂ ਜਿਸ ਹਿਸਾਬ ਨਾਲ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਸੈਕਟਰ 17 ਦੇ ਥਾਣੇ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਲਿਆ ਜਾਂਦਾ ਹੈ, ਉੱਥੇ ਉਹਨਾਂ ਦੇ ਟੌਰਚਰ ਕੀਤਾ ਜਾਂਦਾ ਹੈ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਵੀ ਟੌਰਚਰ ਕੀਤਾ ਜਾਂਦਾ ਹੈ। ਤੇ ਤੁਸੀਂ ਉਸ ਥਾਣੇ ਦਾ ਜਿਹੜਾ SHO ਸੀਗਾ, ਜਿਹੜੀ ਖਬਰ ਆ ਰਹੀ ਹੈ ਕਿ ਉਹ SHO ਕੈਨੇਡਾ ਫਰਾਰ ਹੋ ਚੁੱਕਿਆ ਹੈ, ਤੇ ਜੇ ਕੈਨੇਡਾ ਫਰਾਰ ਹੋ ਗਿਆ ਉਸ ਥਾਣੇ ਦਾ SHO ਜੋ ਉਸ ਵੇਲੇ ਦਾ SHO ਸੀਗਾ, ਤੇ ਕੀ ਇਸ ਮਾਮਲੇ ਦੇ ਵਿੱਚ ਉਸ ਨੂੰ ਕਿਉਂ ਨਹੀਂ ਲਿਆਂਦਾ ਗਿਆ? SIT ਕੀ ਕਰ ਰਹੀ ਸੀਗੀ ਇੱਥੇ? ਪਹਿਲੀ ਗੱਲ ਤਾਂ ਮੈਂ ਜਿਹੜੀ ਕਲੈਰੀਫਾਈ ਕਰਾਂਗਾ, ਕਿਹੜੇ ਬੰਦੇ ਨੂੰ ਕੀ ਰੋਲ ਐਟਰੀਬਿਊਟ ਹੋਇਆ, ਕਿਹੜੇ ਬੰਦੇ ਤੋਂ ਸੈਣੀ ਨੇ ਕੀ ਕਰਵਾਇਆ, ਕਿਹੜੇ ਪੁਲਿਸ ਵਾਲੇ ਨੂੰ ਉਹਨੇ ਕਿਹਾ ਕਿ ਤੂੰ ਚੁੱਕ ਕੇ ਲੈ ਕੇ ਆ, ਕਿਹਨੂੰ ਕਿਹਾ ਤੂੰ ਟੌਰਚਰ ਕਰ, ਕਿਹਨੂੰ ਕਿਹਾ ਤੂੰ ਬੋਡੀ ਡਿਸਪੋਜ਼ ਆਫ ਕਰ, ਕਿਹਨੂੰ ਕਿਹਾ ਤੂੰ ਕੱਪੜੇ ਡਿਸਪੋਜ਼ ਆਫ ਕਰ, ਕਿਹਨੂੰ ਕਿਹਾ ਕਿ ਝੂਠੇ ਕਾਗਜ਼ ਤਿਆਰ ਕਰ। ਉਹ ਸਾਰੀਆਂ ਡਿਟੇਲਸ ਜੇ ਕਿਸੇ ਨੂੰ ਪਤਾ ਹੈ ਉਹ ਕੱਲਾ ਸੁਮੇਧ ਸਿੰਘ ਸੈਣੀ ਹੈ। ਮਤਲਬ ਤੁਸੀਂ ਸਮਝੋ ਇੱਕ ਸੈਂਟਰਲ ਪੁਆਇੰਟ ਹੈ ਜਿੱਥੋਂ ਹਰ ਬੰਦੇ ਦੀ ਡਿਊਟੀ ਲੱਗ ਰਹੀ ਸੀ ਕਿ ਤੂੰ ਆਹ ਕਰਕੇ ਆ, ਤੂੰ ਆਹ ਕਰਕੇ ਆ, ਉਹ ਡਿਟੇਲ ਸਿਰਫ ਸੁਮੇਧ ਸੈਣੀ ਨੂੰ ਪਤਾ ਹੈ। ਸੋ ਜਦੋਂ ਵੀ ਇਹ ਤਾਂ ਹੁਣ ਤਫਤੀਸ਼ ਦੇ ਵਿੱਚ ਚੀਜ਼ਾਂ ਆਉਣਗੀਆਂ, ਕੁਝ ਪੁਲਿਸ ਵਾਲੇ ਮਰ ਗਏ, SIT ਜਦੋਂ ਤੱਕ ਕਿਸੇ ਬੰਦੇ ਦਾ ਲਿੰਕ ਲੱਭਦੀ ਹੈ ਸੈਣੀ ਉਹ ਬੰਦਾ ਭਜਾ ਦਿੰਦਾ। ਤੁਸੀਂ ਵੇਖੋ ਜਿਹੜੇ ਬੰਦਿਆਂ ਦੇ ਤਾਂ ਨਾਂ ਆ ਗਏ ਪਰ FIR ਦੇ ਵਿੱਚ, ਉਹਦੇ ਚੋਂ ਹੀ 3 ਬੰਦੇ ਮਰ ਚੁੱਕੇ ਹੈ।
ਸੋ ਜਿਹੜੇ ਬੰਦੇ ਜਿਉਂਦੇ ਆ, ਹੁਣ KIP ਸਿੰਘ ਦਾ ਕੀ ਰੋਲ ਸੀ, ਜਿਹੜਾ SHO ਸੀ ਉਸ ਵੇਲੇ ਥਾਣੇ ਦਾ, ਉਹ ਤਾਂ ਸੈਣੀ ਨੂੰ ਪਤਾ ਸੀ। ਜਦੋਂ SIT ਨੇ ਬਾਈ ਦਾ ਟਾਈਮ ਡਿਗ ਆਊਟ ਕੀਤਾ, ਹੁਣ ਮੁਲਤਾਨੀ ਦੀ ਐਗਜ਼ਾਮਪਲ ਲੈ ਲਓ, ਜਦੋਂ ਘਰੋਂ ਚੁੱਕਿਆ ਹੈ 6-7 ਜਿਪਸੀਜ਼ ਗਈਆਂ। ਮੈਂ ਹੁਣ 91 ਦੀ ਗੱਲ ਕਰਦਾ, ਇੱਕ ਜਿਪਸੀ ਦੇ ਵਿੱਚ ਤੁਸੀਂ ਐਵਰੇਜ ਲਓ 5 ਜਾਣੇ ਹੁੰਦੇ ਆ, ਡਰਾਈਵਰ, ਇੱਕ ਜਣਾ ਅੱਗੇ ਬੈਠਦਾ, 3 ਪਿੱਛੇ, ਸੋ 5 ਜਾਣੇ ਇੱਕ ਜਿਪਸੀ 'ਚ, 30 ਤੋਂ 35 ਜਾਣੇ ਗਏ ਹੈ। ਮੈਂ ਐਕਸਪੈਕਟ ਨਹੀਂ ਕਰਦਾ ਕਿ ਸੁਮੇਧ ਸੈਣੀ ਵੀ 35 ਜਾਣਿਆਂ ਦੇ ਨਾਂ ਲੈ ਸਕਦਾ ਜਾਂ 30 ਜਾਣਿਆਂ ਦੇ, ਲੇਕਿਨ ਉਹ ਵਿੱਚੋਂ 4-5 ਮੇਨ ਜਾਣੇ ਤਾਂ ਦੱਸੂਗਾ ਨਾ ਵੀ ਆਹ DSP ਸੀ, ਆਹ ਇੰਸਪੈਕਟਰ ਸੀ, ਜਾਂ ਆਹ ਮੇਰੇ ਟਰਸਟਡ ਬੰਦੇ ਸੀ ਜਿਨ੍ਹਾਂ ਨੂੰ ਮੈਂ ਭੇਜਿਆ ਸੀ ਚੁੱਕਣ ਲਈ। ਜੇ ਉਹ ਬੰਦਿਆਂ ਦੇ ਨਾਂ ਸੁਮੇਧ ਸਿੰਘ ਸੈਣੀ ਲਊਗਾ ਤਾਂ ਹੀ SIT ਨੂੰ ਪਤਾ ਲੱਗੂਗਾ ਕਿਹੜੇ ਬੰਦੇ ਗਏ ਸੀ। ਇਹਨਾਂ ਨੇ ਕਿਹੜਾ ਕਿਤੇ ਐਂਟਰੀ ਪਾਈ ਹੈ, ਉਹ ਤਾਂ ਇਲੀਗਲੀ ਚੁੱਕਿਆ ਉਹਨੂੰ। ਸੋ ਜਦੋਂ ਚੁੱਕਣਾ ਇਲੀਗਲ ਹੈ, ਉਹ ਇਲੀਗਲ ਐਕਟ ਰਿਕਾਰਡ ਤੇ ਨਹੀਂ ਹੋਣਾ। ਜੀ ਉਸੇ ਤਰ੍ਹਾਂ ਉਹਨੂੰ ਪਤਾ ਸੀ ਕਿ KIP ਸਿੰਘ ਨੇ ਕੀ ਕੀਤਾ। ਇਸ ਤੋਂ ਪਹਿਲਾਂ SIT KIP ਸਿੰਘ ਤੱਕ ਪਹੁੰਚਦੀ, ਇਹਨੇ KIP ਸਿੰਘ ਕੈਨੇਡਾ ਫਰਾਰ ਕਰਵਾਤਾ। ਉਹਦੇ ਬਾਅਦ ਹੁਣ SIT ਨੂੰ ਐਕਸਟ੍ਰੈਡੀਸ਼ਨ ਕਰਾਉਣ ਦੇ ਲਈ ਅਰਜ਼ੀ ਲਾਉਣੀ ਪਈ ਥੱਲੇ ਕਿ ਜੀ ਵਾਰੰਟਸ ਦਿਓ, ਅਸੀਂ ਇਹਦਾ ਐਕਸਟ੍ਰੈਡੀਸ਼ਨ ਪ੍ਰੋਸੈਸ ਸ਼ੁਰੂ ਕਰੀਏ, ਜਿਹਦੇ ਨਾਲ ਚੀਜ਼ ਲੰਬੇ ਖਾਤੇ ਪੈ ਜਾਊਗੀ। ਇਹ ਸੈਣੀ ਦੀ ਟ੍ਰਿਕ ਹੈ। ਮਤਲਬ ਕਿ ਇਸ ਮਾਮਲੇ ਦੇ ਵਿੱਚ ਇਹ ਲੱਗ ਰਿਹਾ ਕਿ ਸੁਮੇਧ ਸਿੰਘ ਸੈਣੀ SIT ਨਾਲੋਂ 2 ਕਦਮ ਅੱਗੇ ਚੱਲ ਰਿਹਾ। ਵੇਖੋ ਅੱਗੇ ਤਾਂ ਉਹ ਡੈਫੀਨਿਟਲੀ ਇਸ ਕਰਕੇ ਚੱਲ ਰਿਹਾ, ਉਹਨੂੰ ਬੰਦੇ ਪਤਾ ਜਿਨ੍ਹਾਂ ਨੂੰ ਉਹਨੇ ਭਜਾਉਣਾ ਹੈ। ਤੁਸੀਂ ਆਹ ਕੇਸ ਛੱਡੋ, ਇੱਕ ਅਮਨ ਸਕੋਡਾ ਕੇਸ ਸੀ, ਮੈਂ ਐਗਜ਼ਾਮਪਲ ਦਿੰਦਾ, ਜਿਹਦੇ ਵਿੱਚ ਸੈਣੀ ਤੇ ਐਲੀਗੇਸ਼ਨ ਲੱਗਦਾ ਕਿ ਜਦੋਂ ਸੈਣੀ DGP ਸੀ, ਅਮਨ ਸਕੋਡਾ ਨਾਂ ਦੇ ਬੰਦੇ ਨੇ ਸੈਣੀ ਦੇ ਨਾਲ ਮਿਲ ਕੇ ਬਹੁਤ ਪੈਸੇ ਖਾਦੇ, ਕਰਪਸ਼ਨ ਕੀਤੀ, ਔਰ ਉਹ ਕਰਪਸ਼ਨ ਦੇ ਵਿੱਚ ਇਹਨੇ ਖੂਬ ਸੈਣੀ ਤੋਂ ਇਲੀਗਲ ਕੰਮ ਕਰਵਾਏ। ਹੁਣ ਅਮਨ ਸਕੋਡਾ ਫਰਾਰ ਹੈ ਔਰ ਸੈਣੀ ਕਹਿ ਰਿਹਾ ਮੈਂ ਤਾਂ ਜੀ ਬੜਾ ਇਮਾਨਦਾਰ ਅਫਸਰ ਹਾਂ, ਕਿਉਂਕਿ ਅਮਨ ਸਕੋਡਾ ਨੇ ਕੀਤਾ ਜੋ ਕੀਤਾ। ਨਾ ਅਮਨ ਸਕੋਡਾ ਫੜਿਆ ਜਾਵੇ, ਨਾ ਉਹ ਤਫਤੀਸ਼ ਹੋਵੇ, ਨਾ ਸੈਣੀ ਤੇ ਪਰਚਾ ਦਰਜ ਕਰਕੇ ਪ੍ਰੋਸੀਡ ਕਰਨ। ਸੋ ਉਹ ਜੇ ਤੁਸੀਂ ਲਿੰਕ ਦੇਖੋ, ਹੁਣ ਜੇ ਉਹ ਪਰਚਾ ਦਰਜ ਹੁੰਦਾ ਤਾਂ ਠੀਕ ਹੈ, ਸੈਣੀ ਅੰਦਰ ਜਾਂਦਾ, ਉਹਦੇ ਤੋਂ ਡਿਟੇਲ ਮਿਲ ਜੂਗੀ ਕਿ ਜੇ ਅਮਨ ਸਕੋਡੇ ਨੇ ਫੜਿਆ ਤੂੰ ਕੀ ਇਲੀਗਲ ਕੰਮ ਕੀਤਾ। ਪਰ ਡੀਰੇਲ ਕਰਾਉਣ ਦਾ ਤਫਤੀਸ਼ ਨੂੰ ਕੀ ਤਰੀਕਾ ਹੈ? ਜਿਹੜਾ ਸੈਣੀ ਤੱਕ ਲਿੰਕ ਆਉਂਦਾ ਉਹ ਗਾਇਬ ਕਰ ਦਿਓ। ਉਹੀ ਚੀਜ਼ ਸੈਣੀ ਨੇ ਇੱਥੇ ਕੀਤੀ ਕਿ ਜੇ SHO ਤੋਂ ਸੈਣੀ ਤੱਕ ਲਿੰਕ ਆ ਰਿਹਾ ਹੈ ਕਿ ਸੈਣੀ ਨੇ SHO ਦੀ ਕੀ ਡਿਊਟੀ ਲਈ, ਕਿਉਂਕਿ SHO ਮੇਨ ਬੰਦਾ ਥਾਣੇ ਦਾ, ਉਹਨੇ SHO ਭਜਾਤਾ। ਤੁਹਾਨੂੰ ਕੀ ਲੱਗਦਾ ਕਿ ਉਸ ਵੇਲੇ ਜਿਹੜਾ SHO ਤੁਸੀਂ ਦੱਸ ਰਹੇ ਹੋ KIP ਸਿੰਘ, ਇਸ ਕੇਸ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਵਿੱਚ ਉਹਦੀ ਮੌਜੂਦਗੀ ਕਿੰਨੀ ਕੁ ਅਹਿਮੀਅਤ ਰੱਖਦੀ ਹੈ? ਬਹੁਤ ਰੱਖਦੀ ਹੈ ਜੀ, ਬਿਲਕੁਲ। ਦੇਖੋ ਇੱਕ ਥਾਣੇ ਦੇ ਵਿੱਚ ਕੀ ਹੋਇਆ, ਉਹ SHO ਇੰਚਾਰਜ ਹੈ ਥਾਣੇ ਦਾ। ਇੱਕ ਡਿਸਟ੍ਰਿਕਟ ਦੇ ਵਿੱਚ ਇੱਕ SSP ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਡਿਸਟ੍ਰਿਕਟ ਦੇ ਵਿੱਚ ਜੋ ਹੋ ਰਿਹਾ ਉਹਦੇ ਲਈ ਉਹ ਰਿਸਪੌਂਸਿਬਲ ਹੈ, ਉਹਦੀ ਕੰਸੈਂਟ ਹੈ। ਇੱਥੇ ਦਾ ਟੌਰਚਰ ਕੀਤਾ ਹੈ SSP ਆਪ ਉੱਥੇ ਬੈਠਾ ਤੇ ਅੰਡਰਸਟੂਡ ਹੈ KIP ਸਿੰਘ ਮੌਜੂਦ ਸੀ। ਦੂਜੀ ਗੱਲ, ਜਗੀਰ ਸਿੰਘ ਦੇ ਬਿਆਨਾਂ ਦੇ ਵਿੱਚ ਵੀ KIP ਸਿੰਘ ਦਾ ਨਾਮ ਆਉਂਦਾ ਹੈ ਕਿ KIP ਸਿੰਘ ਉਸ ਵੇਲੇ ਮੌਜੂਦ ਸੀ ਜਦੋਂ ਟੌਰਚਰ ਕੀਤਾ। ਸੋ ਜਦੋਂ SHO ਮੌਜੂਦ ਹੈ, ਇਹੋ ਜਿਹਾ ਟੌਰਚਰ ਹੋ ਰਿਹਾ, ਬੰਦੇ ਦੀ ਡੈਥ ਹੋ ਰਹੀ ਹੈ, ਸੋ ਉਹ ਕਿਵੇਂ ਆਪਣੀ ਰਿਸਪੌਂਸਿਬਿਲਿਟੀ ਤੋਂ ਬਚ ਸਕਦਾ ਹੈ? ਪਰ ਪ੍ਰਦੀਪ ਜੀ, ਕਿਉਂਕਿ ਆਪਣੇ ਆਪ ਸਵਾਲ ਇਹ ਜ਼ਰੂਰ ਉੱਠਦੇ ਨੇ ਕਿ SIT ਜਦੋਂ ਪਹਿਲਾਂ ਜਾਂਚ ਕਰ ਰਹੀ ਸੀਗੀ, ਉਦੋਂ ਤੱਕ ਸੁਮੇਧ ਸਿੰਘ ਸੈਣੀ ਦੇ ਉੱਤੇ ਧਾਰਾ 302 ਵੀ ਨਹੀਂ ਲੱਗੀ ਸੀਗੀ। ਧਾਰਾ 302 ਆਈ ਥਿੰਕ ਜਦੋਂ ਤੁਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਚੁੱਕਿਆ, ਉਸ ਤੋਂ ਬਾਅਦ ਤੁਸੀਂ ਲਗਵਾਉਣ ਦੇ ਵਿੱਚ ਸਫਲ ਵੀ ਰਹੇ ਸੁਮੇਧ ਸਿੰਘ ਸੈਣੀ ਦੇ ਉੱਤੇ ਕਤਲ ਦੀਆਂ ਧਾਰਾਵਾਂ। ਪਰ ਮੈਂ ਉਹਦੇ ਵਿੱਚ ਅਰਜ਼ੀ ਲਾ ਕੇ ਲੱਗੀ ਹੈ ਜੋ ਵੀ। ਪਰ ਇਸ ਮਾਮਲੇ ਵਿੱਚ ਤੁਸੀਂ ਜਿਹੜੀ KIP ਸਿੰਘ ਦੱਸ ਰਹੇ ਹੋ, ਉਹ ਕਦੋਂ ਤੱਕ ਇੱਥੇ ਇੰਡੀਆ ਵਿੱਚ ਸੀ, ਕਦੋਂ ਕੈਨੇਡਾ ਗਏ ਨੇ? ਦੇਖੋ SIT ਦੀ ਤਫਤੀਸ਼ ਦੀਆਂ ਮੇਰੇ ਕੋਲ ਐਗਜ਼ੈਕਟ ਡਿਟੇਲਸ ਤਾਂ ਨਹੀਂ ਹੁੰਦੀਆਂ, ਉਹ ਤਾਂ ਜੋ ਇਹ ਕੋਰਟ ਦੇ ਵਿੱਚ ਆ ਕੇ ਬਿਆਨ ਕਰਦੇ ਹੈ, ਆਰਡਰ ਦੇ ਵਿੱਚ ਰੀਪਰੋਡਿਊਸ ਹੁੰਦਾ ਹੈ, ਮੈਨੂੰ ਤਾਂ ਉਹ ਚੀਜ਼ਾਂ ਪਤਾ ਲੱਗਦੀਆਂ ਕਿਉਂਕਿ ਮੈਂ ਕੰਪਲੇਨੈਂਟ ਦਾ ਵਕੀਲ ਹਾਂ। ਸੋ ਉਹ ਕੋਰਟ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ, ਅਦਰਵਾਈਜ਼ SIT ਦੀਆਂ ਡਿਟੇਲਸ ਸੈਣੀ ਕੋਰਟ ਨੂੰ ਦਿੰਦਾ, ਮੈਨੂੰ ਨਹੀਂ ਪਤਾ ਹੁੰਦੀਆਂ। ਤੇ ਐਜ਼ ਪਰ ਦੀ ਆਰਡਰ ਜਿਹੜਾ ਕੋਰਟ ਨੇ ਪਾਸ ਕੀਤਾ, ਉਹਦੇ ਹਿਸਾਬ ਨਾਲ 3 ਅਕਤੂਬਰ ਨੂੰ SIT ਨੇ ਸਮਨ ਕੀਤਾ ਸੀ KIP ਸਿੰਘ ਨੂੰ। KIP ਸਿੰਘ ਨਾ ਪੇਸ਼ ਹੋ ਕੇ 9 ਅਕਤੂਬਰ ਨੂੰ ਇੰਡੀਆ ਛੱਡ ਕੇ ਭੱਜ ਗਿਆ ਇਸੇ ਸਾਲ। ਸੋ ਇਸ ਕਰਕੇ 9 ਅਕਤੂਬਰ ਨੂੰ ਉਹ ਭੱਜਿਆ। ਹੁਣ 6 ਤੋਂ 9 ਦੇ ਦੌਰਾਨ ਕੀ ਹੋਇਆ, SIT ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂ ਉਹਨੇ ਟਾਈਮ ਮੰਗਿਆ, ਉਹ ਕਿਤੇ ਵੀ ਆਰਡਰ 'ਚ ਨਹੀਂ ਹੈ। ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਜਿਸ 3 ਨੂੰ ਬੁਲਾਇਆ ਸੀ ਉਹ ਆਇਆ ਨਹੀਂ। 9 ਅਕਤੂਬਰ ਨੂੰ ਉਹ ਇੰਡੀਆ ਛੱਡ ਕੇ ਕੈਨੇਡਾ ਚਲਾ ਗਿਆ। ਅਸੀਂ ਵੈਰੀਫਾਈ ਕਰ ਲਿਆ ਉਹ ਕੈਨੇਡਾ 'ਚ ਹੈ। ਹੁਣ ਅਸੀਂ ਉਹਦਾ ਐਕਸਟ੍ਰੈਡੀਸ਼ਨ ਪ੍ਰੋਸੈਸ ਸ਼ੁਰੂ ਕਰਨਾ ਹੈ, ਜਿਹਦੇ ਲਈ ਸਾਨੂੰ ਵਾਰੰਟਸ ਦੀ ਲੋੜ ਹੈ। ਕੁਝ ਪਤਾ ਲੱਗਿਆ ਕਿ ਵੈਰੀਫਾਈ ਜਦੋਂ ਕੀਤਾ ਕਿ ਕੈਨੇਡਾ ਵਿੱਚ ਉਹ ਕਿਹੜੀ ਥਾਂ ਤੇ ਇਸ ਟਾਈਮ ਰਹਿ ਰਹੇ ਨੇ? ਦੇਖੋ ਥਾਂ ਦੀ ਡਿਟੇਲ ਇਹਨਾਂ ਨੇ ਨਹੀਂ ਦਿੱਤੀ, ਬਿਕੋਜ਼ ਇਹਨਾਂ ਨੇ ਪ੍ਰੋਬੇਬਲੀ ਉਹਦੀ ਜਿਹੜੇ ਡਿਟੇਲਸ ਪਤਾ ਕੀਤੀਆਂ ਕਿ ਕਿਹੜੀ ਫਲਾਈਟ ਲਈ ਔਰ ਕਿੱਥੋਂ ਕਿੱਥੇ ਗਿਆ। ਸੋ ਉਹਦੇ ਵਿੱਚ ਇਹਨਾਂ ਨੂੰ ਆਇਆ ਕਿ ਕੈਨੇਡਾ 'ਚ ਇਹ ਗਿਆ ਹੈ। ਤੇ ਜੇ ਉਹ ਕੈਨੇਡਾ ਭੱਜ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਫਿਰ ਉਹਨਾਂ ਨੂੰ ਭਗੌੜਾ ਕਰਾਰ ਕਿਉਂ ਨਹੀਂ ਦਿੱਤਾ ਗਿਆ? ਦੇਖੋ ਤਾਂ ਹੁਣ SIT ਕਰ ਰਹੀ ਹੋਣੀ ਹੈ ਜੀ, ਮਤਲਬ ਉਹਦੀ ਮੇਰੇ ਕੋਲ ਕੋਈ ਡਿਟੇਲ ਨਹੀਂ ਹੈ ਇਹਨਾਂ ਨੇ ਕੀ ਕੀਤਾ ਹੈ ਜੇ ਕੀ ਨਹੀਂ। ਬਟ ਓਬਵੀਅਸ ਹੈ ਜੇ ਉਹ ਭੱਜ ਹੀ ਗਿਆ ਤੇ ਭਗੌੜਾ ਕਰਾਰ ਹੁਣ ਕਰਦੇ ਆ ਜਾਂ 15 ਦਿਨਾਂ ਬਾਅਦ ਕਰਨਾ ਤਾਂ ਪੈਣਾ ਹੈ। ਤੁਸੀਂ ਮਹਿਸੂਸ ਕਰਦੇ ਹੋ ਇਸ ਚੀਜ਼ ਨੂੰ ਕਿ SIT ਕੁਝ ਦੇਰੀ ਜ਼ਰੂਰ ਕਰ ਗਈ? ਕਿਉਂਕਿ ਜਦੋਂ ਵੀ ਜਾਂਚ ਕਿਸੇ ਖੁੱਲ੍ਹਦੀ ਹੈ
ਸਭ ਤੋਂ ਪਹਿਲਾਂ ਜਿਹੜਾ ਥਾਣੇ ਦਾ ਮੁਖੀ ਹੁੰਦਾ ਹੈ SHO, ਉਸ ਨੂੰ ਤਲਬ ਕੀਤਾ ਜਾਂਦਾ ਕਿ ਉਸ ਵੇਲੇ ਉਸ ਥਾਣੇ ਦੇ ਵਿੱਚ ਹੋਇਆ ਕੀ ਸੀ, ਕਿਉਂਕਿ ਜ਼ਿੰਮੇਵਾਰ ਤਾਂ ਉਹੀ ਹੁੰਦਾ ਉਸ ਥਾਣੇ ਵਿੱਚ ਜਿਹੜੀ ਵੀ ਘਟਨਾ ਕੋਈ ਵਾਪਰਦੀ ਹੈ। ਫਿਰ SIT ਤੁਸੀਂ ਦੱਸ ਰਹੇ ਕਿ ਇਹਨਾਂ ਨੂੰ 3 ਅਕਤੂਬਰ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ, ਉਹਨੂੰ 9 ਅਕਤੂਬਰ ਤੱਕ ਆਈ ਥਿੰਕ ਉਹ ਫਰਾਰ ਹੋ ਜਾਂਦੇ ਨੇ, ਕੈਨੇਡਾ ਚਲੇ ਜਾਂਦੇ ਨੇ, ਤੇ ਇਹ ਇੰਨਾ ਜਿਹੜੀ ਦੇਰੀ ਹੋਈ ਹੈ, ਡਿਲੇ ਹੋਇਆ, ਉਹਦੇ ਲਈ ਜ਼ਿੰਮੇਵਾਰ ਕੌਣ ਹੈ ਫਿਰ? ਫਿਲਹਾਲ ਤਾਂ ਮੈਂ ਆ ਦੇਖ ਰਿਹਾ ਕਿ ਜੇ ਤਫਤੀਸ਼ ਹੋ ਵੀ ਰਹੀ ਹੈ ਉਹ ਤਫਤੀਸ਼ ਫਿਲਹਾਲ ਪੂਰੀ ਹੋ ਜੇ, ਬਿਕੋਜ਼ ਐਜ਼ ਅ ਲਾਇਰ ਜਿਹੜਾ ਕੰਪਲੇਨੈਂਟ ਵੱਲੋਂ ਜਦੋਂ ਪੇਸ਼ ਹੋਈਦਾ ਸਾਡਾ ਇਹ ਕੰਮ ਹੁੰਦਾ ਹੈ ਕਿ ਜਿਹੜੀ ਵੀ ਤਫਤੀਸ਼ ਦੇ ਵਿੱਚ ਕਮੀਆਂ ਰਹਿ ਜਾਣ ਉਹਨਾਂ ਨੂੰ ਅਸੀਂ ਤਫਤੀਸ਼ ਦੇ ਵਿੱਚ ਪੂਰਾ ਕਰਵਾਈਏ। ਜੀ ਜੀ ਜੀ। ਫੋਰ ਐਗਜ਼ਾਮਪਲ ਜੇ ਸਾਡੇ ਕੋਈ ਆ ਵੀ ਕਮੀ ਰਹਿ ਰਹੀ ਹੈ ਕਿ ਕੋਈ ਅਕਿਊਜ਼ਡ ਜਿਹਨੂੰ ਅਕਿਊਜ਼ਡ ਬਣਾਉਣਾ ਚਾਹੀਦਾ ਔਰ ਨਹੀਂ ਬਣਾਇਆ, ਉਸ ਅਕਿਊਜ਼ ਨੂੰ 319 CRPC ਦੇ ਅੰਡਰ ਅਰਜ਼ੀ ਲਾ ਕੇ ਅਕਿਊਜ਼ਡ ਬਣਾਇਆ ਜਾਂਦਾ ਹੈ। ਜੀ ਜੀ ਜੀ। ਮਤਲਬ ਕੋਰਟ ਸਮਨ ਕਰ ਲੈਂਦੀ ਹੈ। ਸੋ ਉਹ ਜਿਹੜੀ ਲੀਗਲ ਪ੍ਰੋਵੀਜ਼ਨਸ ਹੈਗੀਆਂ ਉਹ ਹੈਗੀਆਂ ਜਿਹੜੀਆਂ ਸਾਡੇ ਹੱਕ ਦੇ ਵਿੱਚ ਜਾਂਦੀਆਂ। ਉਹਦੇ ਲਈ ਹੁਣ ਚਲਾਨ ਆਉਂਦਾ ਹੈ ਜਾਂ ਕੀ ਇਨਵੈਸਟੀਗੇਸ਼ਨ ਦੀ ਆਊਟਕਮ ਹੁੰਦੀ ਹੈ ਉਹਦੇ ਤੋਂ ਸਾਰਾ ਪਤਾ ਲੱਗੂਗਾ। ਪਰ ਹੁਣ ਇਹ ਚੀਜ਼ ਹੋ ਜਾਂਦੀ ਹੈ ਕਿ ਇਹਦੇ ਵਰਗੇ ਦੇ ਭੱਜੇ ਹੋਣ ਕਰਕੇ ਇਨਵੈਸਟੀਗੇਸ਼ਨ ਦੀ ਜਿਹੜੀ ਆਊਟਕਮ ਹੈ ਉਹ ਡਿਲੇ ਜ਼ਰੂਰ ਹੋ ਜਾਂਦੀ ਹੈ, ਕਿਉਂਕਿ ਨਾ ਇਹਦੀ ਐਕਸਟ੍ਰੈਡੀਸ਼ਨ ਛੇਤੀ ਹੋਣੀ ਹੈ, ਜਿਹਦੇ ਕਰਕੇ ਫਿਰ ਇਹਨੂੰ PO ਡਿਕਲੇਅਰ ਕਰਨਾ ਪੈਣਾ ਹੈ ਔਰ ਜੋ ਲੀਗਲ ਪ੍ਰੋਸੈਸ ਹੈ, ਔਰ ਪ੍ਰੋਕਲੇਮਡ ਅਫੈਂਡਰ ਜਾਂ ਭਗੌੜਾ ਕਰਾਰ ਦੇਣ ਤੋਂ ਬਾਅਦ ਇਹਦਾ ਚਲਾਨ ਵੱਖਰਾ ਆਊਗਾ, ਬਾਕੀਆਂ ਦਾ ਵੱਖਰਾ ਆਊਗਾ। ਸੋ ਉਸ ਕਰਕੇ ਚੀਜ਼ ਲੰਬੇ ਖਾਤੇ ਥੋੜੀ ਜ਼ਰੂਰ ਪਈ ਹੈ, ਪਰ ਇਹ ਨਹੀਂ ਕਿ ਸਾਡੇ ਰਸਤੇ ਬੰਦ ਹੋਏ ਆ। ਔਰ ਮੈਂ ਫਿਰ ਉਹੀ ਗੱਲ ਕਹਿਣਾ ਕਿ ਮੇਰਾ ਕੰਮ ਨਾ ਤਾਂ SIT ਤੇ ਡਿਪੈਂਡੈਂਟ ਹੈ, ਮੇਰਾ ਕੰਮ ਤਾਂ SIT ਦੀਆਂ ਕਮੀਆਂ ਨੂੰ ਪੂਰਾ ਕਰਨਾ ਹੈ, ਕੇਸ ਨੂੰ ਮਜ਼ਬੂਤ ਕਰਨਾ ਹੈ। ਕੰਪਲੇਨੈਂਟ ਵੱਲੋਂ ਵਕੀਲ ਹੀ ਉਦੋਂ ਕਰਨਾ ਪੈਂਦਾ ਹੈ ਕਿਉਂਕਿ ਕੇਸ ਪ੍ਰੋਸੀਕਿਊਸ਼ਨ ਜਿਹੜੀ ਹੁੰਦੀ ਹੈ ਪ੍ਰੋਸੀਕਿਊਟਿੰਗ ਏਜੰਸੀ ਸਟੇਟ ਹੈ। ਤੁਸੀਂ ਜ਼ੋਰ ਅਜ਼ਮਾਇਸ਼ ਪੂਰੀ ਕਰ ਰਹੇ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਹੁਣ ਤੱਕ ਜਿਸ ਹਿਸਾਬ ਨਾਲ ਸੁਮੇਧ ਸਿੰਘ ਸੈਣੀ ਆਪਣੀ ਚਮੜੀ ਬਚਾਉਣ ਲਈ ਭੱਜਿਆ ਫਿਰਦਾ ਸੀਗਾ ਤੇ ਇਹ ਹਾਲਾਤ ਪਹਿਲਾਂ ਬਣੇ ਨਹੀਂ ਸੀ ਅੱਜ ਤੱਕ। ਪਹਿਲਾਂ ਵੀ ਇਸ ਮਾਮਲੇ ਦੀ ਜਾਂਚ ਹੁੰਦੀ ਰਹੀ ਹੈ, CBI ਕੋਲ ਵੀ ਗਈ ਹੈ ਜਾਂਚ, ਕਲੀਨ ਚਿੱਟ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਵਿੱਚ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ, ਉਹਨੇ ਵੀ ਜਾ ਕੇ ਸੁਮੇਧ ਸਿੰਘ ਸੈਣੀ ਦੇ ਹੱਕ 'ਚ ਖੜੇ ਹੋ ਗਏ ਸੀ ਕਿ ਨਹੀਂ ਇਹਨਾਂ ਨੇ ਅੱਤਵਾਦ ਵੇਲੇ ਬਹੁਤ ਚੰਗੇ ਕੰਮ ਕੀਤੇ ਹੈਗੇ ਨੇ। ਤੇ ਸਰਕਾਰਾਂ ਵੀ ਜਿਹੜੀ ਸਮੇਂ ਦੇ DGP ਹੁੰਦੇ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਸਾਥ ਦਿੰਦੀਆਂ। ਤੇ ਮੈਂ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹੁੰਦਾ ਕਿ ਸੁਮੇਧ ਸਿੰਘ ਸੈਣੀ ਪਹਿਲਾਂ ਲਾਪਤਾ ਰਹਿੰਦਾ ਹੈ, ਇੱਕਦਮ ਉਸ ਤੋਂ ਬਾਅਦ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਕੋਰਟਾਂ ਦੇ ਵੱਲੋਂ ਵੀ, ਤੇ ਕਿਤੇ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਕੁਝ ਅਜਿਹੀਆਂ ਤਾਕਤਾਂ ਹੈਗੀਆਂ ਨੇ ਜਿਹੜੀਆਂ ਬਚਾਉਣ ਦੀਆਂ ਸੁਮੇਧ ਸਿੰਘ ਸੈਣੀ ਨੂੰ ਕੋਸ਼ਿਸ਼ ਕਰ ਰਹੀਆਂ ਨੇ? ਕਿਉਂਕਿ ਜਿਹੜੀਆਂ ਏਜੰਸੀਆਂ ਦੇ ਨਾਲ ਤੁਸੀਂ ਵੀ ਦੇਖ ਰਹੇ ਹੋ, SIT ਦੀ ਭਾਵੇਂ ਗੱਲ ਕਰੀਏ, ਪੰਜਾਬ ਸਰਕਾਰ ਦੀ ਗੱਲ ਕਰੀਏ, ਸੈਂਟਰ ਸਰਕਾਰ ਦੀ ਗੱਲ ਕਰੀਏ, ਅਫਸਰ ਜਿਹੜੇ ਹੁੰਦੇ ਨੇ ਉਹ ਸਰਕਾਰਾਂ ਦੇ ਵੀ ਬਹੁਤ ਨੇੜੇ ਹੁੰਦੇ ਨੇ, ਤੇ ਜਿਸ ਹਿਸਾਬ ਨਾਲ ਰਾਹਤ ਮਿਲੀ ਆ ਰਹੀ ਹੈ ਆਮ ਇਨਸਾਨ ਨੂੰ, ਤੁਹਾਨੂੰ ਲੱਗਦਾ ਸੀ ਕਿ ਰਾਹਤ ਮਿਲ ਜਾਂਦੀ? ਵੇਖੋ ਇੱਕ ਕੇਸ ਦੇ ਵਿੱਚ 29 ਸਾਲ ਪੁਰਾਣਾ ਕੇਸ ਹੋਣਾ, ਮੈਂ ਇਹਨੂੰ ਇਸ ਐਂਗਲ ਤੋਂ ਲੈਣਾ ਕਿ 29 ਸਾਲ ਪੁਰਾਣਾ, ਇਹਦਾ ਮਤਲਬ 29 ਸਾਲ ਜਸਟਿਸ ਦਾ ਇੱਕ ਡਿਲੇ ਸਿਰਫ ਨਹੀਂ ਹੈ, ਇੱਕ ਬਹੁਤ ਵੱਡਾ ਸਾਡੇ ਜੁਡੀਸ਼ੀਅਲ ਸਿਸਟਮ ਦਾ ਫੇਲਿਅਰ ਹੈ, ਸਾਡੇ ਇਨਵੈਸਟੀਗੇਟਿਵ ਸਿਸਟਮ ਦਾ ਫੇਲਿਅਰ ਹੈ। ਜੁਡੀਸ਼ੀਅਲ ਸਿਸਟਮ ਕੱਲਾ ਮੈਂ ਕੋਰਟ ਨੂੰ ਨਹੀਂ ਕਹਿ ਰਿਹਾ, ਇੱਥੇ ਤਾਂ ਤਫਤੀਸ਼ ਹੀ ਕੁਝ ਹੋਰ ਹੋਈ, ਕੋਰਟ ਦੇ ਵਿੱਚ ਹੀ ਗਲਤ ਡਾਕੂਮੈਂਟ ਆਏ। ਸੋ ਉਹ ਪ੍ਰੋਸੈਸ ਅੰਡੂ ਕਰਨ ਦੇ ਲਈ ਜਿੰਨਾ ਕੁ ਜਿਉਂਦਾ ਰੱਖਿਆ ਸਾਡੇ ਜੁਡੀਸ਼ੀਅਲ ਸਿਸਟਮ ਨੇ ਇਸ ਕੇਸ ਨੂੰ ਜਿਉਂਦਾ ਰੱਖਿਆ। ਦੂਜੀ ਗੱਲ ਜੇ ਅਸੀਂ ਇਹ ਦੇਖੀਏ ਕਿ ਸੈਣੀ ਭੱਜਿਆ, ਇਹਦੇ 38 ਸਾਲਾਂ ਦੇ ਕਰੀਅਰ 'ਚ ਭੱਜਿਆ ਨਹੀਂ ਸੀ, ਜਾਂ 36 ਸਾਲਾਂ ਦੇ ਕਰੀਅਰ 'ਚ ਇਹਦਾ ਜਿਹੜਾ 82 ਤੋਂ 2018 ਤੱਕ ਦਾ ਇਹਦਾ ਕਰੀਅਰ, ਇਹ ਕਦੇ ਭੱਜਿਆ ਨਹੀਂ। ਪੋਸਟ ਰਿਟਾਇਰਮੈਂਟ ਕਦੇ ਨਹੀਂ ਭੱਜਿਆ, ਰੱਬ ਨੇ ਉਹ ਦਿਨ ਲਿਆਂਦੇ ਕਿ ਇਹਨੂੰ ਭੱਜਣਾ ਪਿਆ। ਹੁਣ ਇਹਦੀ ਦਿੱਲੀ ਐਗਜ਼ੈਂਪਸ਼ਨ ਕੈਂਸਲੇਸ਼ਨ ਵੀ ਪੈਂਡਿੰਗ ਹੈ ਕਿ ਸਿਕਿਉਰਿਟੀ ਛੱਡ ਕੇ ਤਾਂ ਤੂੰ ਭੱਜਿਆ ਹੋਇਆ ਹੈ ਤੇ ਤੂੰ ਫਿਰ ਉੱਥੇ ਕਿਉਂ ਪੇਸ਼ ਹੋ ਰਿਹਾ? ਐਫੀਡੇਵਿਟ ਦਿੱਲੀ ਦੇ ਲਾ ਰਿਹਾ ਔਰ ਦਿੱਲੀ ਕੋਰਟ ਦੇ ਵਿੱਚ ਇਹਦੀ ਐਗਜ਼ੈਂਪਸ਼ਨ ਦੀ ਗੱਲ ਚੱਲ ਰਹੀ ਹੈ। ਦਿੱਲੀ ਐਗਜ਼ੈਂਪਸ਼ਨ ਲੈਂਦਾ ਕਿ ਜੀ ਮੈਂ ਸਿਕਿਉਰਿਟੀ ਦੇ ਉੱਤੇ ਕਰਕੇ ਪੇਸ਼ ਨਹੀਂ ਹੋ ਸਕਦਾ, ਮੈਨੂੰ ਇੰਨੀ ਥ੍ਰੈਟ ਹੈ, ਔਰ ਸਿਕਿਉਰਿਟੀ ਛੱਡ ਕੇ ਦਿੱਲੀ ਜਾ ਕੇ ਬੈਠ ਜਾਂਦਾ ਹੈ। ਐਫੀਡੇਵਿਟ ਇਹਦੇ ਸਾਰੇ SLP ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਜਿਹੜੇ ਦਿੱਲੀ ਦੇ ਐਡਰੈਸ ਤੇ ਹੈ। ਸੋ ਉਹ ਇਸ ਕਰਕੇ ਜਿਹੜਾ ਇਹਨੂੰ ਰਿਲੀਫ ਵੀ ਮਿਲਿਆ ਹੈ ਉਹ ਇਹ ਮਿਲਿਆ ਕਿ ਤਫਤੀਸ਼ ਜੁਆਇਨ ਕਰੋ। ਕੋਰਟ ਨੇ ਕਿਤੇ ਨਹੀਂ ਕਿਹਾ ਕੇਸ ਝੂਠਾ ਹੈ, ਕੋਰਟ ਨੇ ਕਿਤੇ ਨਹੀਂ ਕਿਹਾ ਕਿ ਅਸੀਂ ਕੇਸ ਕੁਆਸ਼ ਕਰ ਰਹੇ ਹਾਂ, ਕੁਆਸ਼ਿੰਗ ਪਟੀਸ਼ਨ ਪੈਂਡਿੰਗ ਹੈ 16 ਲਈ। ਅਜੇ ਤੱਕ ਤਾਂ ਇਹਨੂੰ ਕੋਰਟ ਤੋਂ ਕਿਤੇ ਰਾਹਤ ਨਹੀਂ ਮਿਲੀ। ਸ਼ੁਰੂ 'ਚ ਮਿਲ ਗਈ ਸੀ, ਉਹ ਵੀ ਹੌਲੀ ਹੌਲੀ ਰੱਬ ਦੀ ਮਿਹਰ ਰਹੀ, ਅਸੀਂ ਅੰਡੂ ਕਰਾ ਸਕੇ। ਕੋਰਟਸ ਕਨਵਿੰਸ ਹੋਈਆਂ ਕਿ ਹਾਂ ਉਹਨਾਂ ਨੇ ਜੋ ਆਰਡਰਸ ਪਾਸ ਕੀਤੇ ਹੈ ਕਿ ਹਾਂ ਸੈਣੀ ਨੂੰ ਅਰੈਸਟ ਕਰਨ ਦੀ ਲੋੜ ਹੈ, ਤਾਂ ਹੀ ਇਹਨੂੰ ਭੱਜਣਾ ਪਿਆ ਹੈ। ਅੱਜ ਤੁਸੀਂ ਜੇ ਕਹਿੰਦੇ ਹੋ ਕਿ 302 ਇਹਦੇ ਤੇ ਲਵਾ ਸਕੇ, ਜੇ ਕੋਰਟ ਸਾਥ ਦੇ ਰਹੀ ਹੁੰਦੀ ਸੈਣੀ ਦਾ ਤੇ ਕੋਰਟ 302 ਦਾ ਆਰਡਰ ਕਿਉਂ ਕਰਦੀ? ਕੋਰਟ ਕਨਵਿੰਸ ਹੋਈ ਕਿ ਹਾਂ 302 ਬਣਦੀ ਹੈ, 302 ਲੱਗੀ। 302 'ਚ ਇਹਦੀ ਅਰਜ਼ੀ ਖਾਰਿਜ ਹੋਈ, ਹਾਈ ਕੋਰਟ ਨੇ ਅਰਜ਼ੀ ਖਾਰਿਜ ਕੀਤੀ, ਸੁਪਰੀਮ ਕੋਰਟ ਨੇ ਤਫਤੀਸ਼ ਜੁਆਇਨ ਕਰਕੇ ਕੋਆਪਰੇਟ ਕਰਨ ਲਈ ਕਿਹਾ। ਉਹ ਇੰਟੈਰਿਮ ਹੈ, ਉਹ ਜੇ ਪੈਂਡਿੰਗ ਹੈ, ਸਰਕਾਰ ਨੇ ਟਾਈਮ ਲਿਆ, ਸੋ 2 ਹਫ਼ਤੇ ਦਾ ਵਿੱਚ ਸ਼ਾਮਲ ਤਾਂ ਜ਼ਰੂਰ ਹੋ ਰਹੇ ਨੇ। ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਕਿ ਜਦੋਂ ਸੁਮੇਧ ਸਿੰਘ ਸੈਣੀ ਹੁਣ ਖੁੱਲ੍ਹੇਆਮ ਘੁੰਮ ਰਹੇ ਨੇ, ਥਾਣੇ ਦੇ ਵਿੱਚ ਵੀ ਜਾ ਰਹੇ ਨੇ, ਤੇ ਇੱਕ ਉਸ ਵੇਲੇ ਦਾ ਚੰਡੀਗੜ੍ਹ ਦਾ SSP ਫਰਾਰ ਹੋ ਜਾਂਦਾ ਹੈ, ਕੈਨੇਡਾ ਵਿੱਚ ਜਿਹੜੇ ਹੋਰ ਗਵਾਹ ਹੈਗੇ ਨੇ, ਕਿਉਂਕਿ ਤੁਸੀਂ ਵੀ ਇਹ ਗੱਲ ਕਈ ਵਾਰੀ ਆਖ ਚੁੱਕੇ ਹੋ ਕਿ ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦਾ ਸੁਮੇਧ ਸਿੰਘ ਸੈਣੀ। ਨਹੀਂ ਕਰ ਨਹੀਂ ਸਕਦਾ, ਕਰ ਰਿਹਾ ਹੈ।
ਇਹ 100% ਹੀ ਕਰ ਰਿਹਾ। ਔਰ ਸੁਮੇਧ ਸਿੰਘ ਸੈਣੀ ਦਾ ਤਰੀਕਾ ਹੈ ਗਵਾਹਾਂ ਨੂੰ ਡਰਾਉਣ ਦਾ, ਜੱਜਸ ਨੂੰ ਧਮਕਾਉਣ ਦਾ ਔਰ ਐਵੀਡੈਂਸ ਡਿਸਟਰੋਏ ਕਰਨ ਦਾ ਸੈਣੀ ਦਾ ਤਰੀਕਾ ਹੈ। ਇਹ ਹਰ ਕੇਸ ਇਹਨੇ ਦਿੱਲੀ ਕੇਸ 'ਚ ਕੀਤਾ, ਇਹਦੇ ਖਿਲਾਫ ਐਪਲੀਕੇਸ਼ਨਸ ਲੱਗੀਆਂ ਹੋਈਆਂ, ਇੱਥੇ ਵੀ ਕਰ ਰਿਹਾ ਹੈ। ਇਹਦੇ 'ਚ ਮੈਂ ਨਹੀਂ ਕਹਿੰਦਾ ਇਹ ਕਰ ਸਕਦਾ ਹੈ, ਇਹ ਕਰਦਾ ਹੈ। ਔਰ ਇਹ ਪਹਿਲਾ ਕੇਸ ਨਹੀਂ ਹੈ ਜਿੱਥੇ ਇਹਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ। ਇਹਦੇ ਖਿਲਾਫ ਸਾਰਾ ਰਿਕਾਰਡ ਹੈ ਇਸ ਚੀਜ਼ ਦਾ, ਇਹਦਾ ਚਿੱਠਾ ਹੈ ਉਸ ਚੀਜ਼ ਤੇ ਕੀਤੇ ਹੋਣ ਦਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਕੋਈ ਡਾਊਟ ਵੀ ਨਹੀਂ ਹੈ ਕਿ ਜਿਹੜੇ ਪੁਲਿਸ ਵਾਲੇ ਉਸ ਵੇਲੇ ਸੁਮੇਧ ਸਿੰਘ ਸੈਣੀ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਬਲਵੰਤ ਸਿੰਘ ਮੁਲਤਾਨੀ ਦੇ ਉੱਤੇ ਕਿੱਦਾਂ ਟੌਰਚਰ ਕੀਤਾ ਗਿਆ, ਕਿੰਨਾ ਤਸ਼ੱਦਦ ਆਇਆ ਗਿਆ, ਸੁਮੇਧ ਸਿੰਘ ਸੈਣੀ ਦੇ ਕਹਿਣ ਦੇ ਉੱਤੇ ਇਹ ਟੌਰਚਰ ਹਟਾਇਆ ਗਿਆ, ਉਹਨਾਂ ਦੇ ਸਾਹਮਣੇ ਹਟਾਇਆ ਗਿਆ ਤੇ ਉਸ ਤੋਂ ਬਾਅਦ ਬਲਵੰਤ ਸਿੰਘ ਮੁਲਤਾਨੀ ਜ਼ਖਮਾਂ ਦੀ ਤਾਬ ਨਾਲ ਚੱਲਦੇ ਦਮ ਤੋੜ ਜਾਂਦੇ ਨੇ। ਤੇ ਕੀ ਤੁਸੀਂ ਇਸ ਮਾਮਲੇ ਨੂੰ, ਇਸ ਚੀਜ਼ ਨੂੰ ਆਧਾਰ ਬਣਾਓਗੇ ਅਦਾਲਤ ਦੇ ਵਿੱਚ ਜਾਂ ਬਣਾਇਆ ਹੈ? ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ ਕਿ ਸੁਮੇਧ ਸਿੰਘ ਸੈਣੀ ਜਦੋਂ ਹੁਣ ਖੁੱਲ੍ਹੇਆਮ ਘੁੰਮ ਰਿਹਾ, ਸ਼ਰੇਆਮ ਘੁੰਮ ਰਿਹਾ, ਤੇ ਜਿਹੜਾ ਆਪਾਂ ਕਹਿ ਸਕਦੇ ਸੀ ਇਸ ਮਾਮਲੇ ਦੇ ਵਿੱਚ ਆਪਾਂ ਜਿਹੜਾ SHO ਸੀ ਉਸ ਵੇਲੇ ਦਾ ਉਹ ਮੁੱਖ ਆਧਾਰ ਹੋ ਸਕਦਾ ਸੀਗਾ, ਉਹ ਵੀ ਜੇ ਕੈਨੇਡਾ ਭੱਜ ਜਾਂਦਾ ਤੇ ਜਿਹੜੇ ਹੋਰ ਗਵਾਹ ਹੈਗੇ ਨੇ ਹੌਲੀ ਹੌਲੀ ਉਹ ਵੀ ਪ੍ਰਭਾਵਿਤ ਹੋਣਗੇ ਤੇ ਕੇਸ ਕਮਜ਼ੋਰ ਨਹੀਂ ਪੈ ਸਕਦਾ ਉਸ ਨਾਲ। ਕੀ ਸੁਮੇਧ ਸਿੰਘ ਸੈਣੀ ਦੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਨਹੀਂ ਕੀਤੀ ਜਾਣੀ ਚਾਹੀਦੀ? ਵੇਖੋ ਉਹਦੇ ਵਿੱਚ ਤਾਂ ਅਸੀਂ ਇਹ ਮੈਂ ਜਿਹੜੀਆਂ ਗਰਾਊਂਡਸ ਲਈਆਂ ਕਿ ਜਿਹੜਾ ਵਿਟਨੈਸ ਇਹ ਧਮਕਾ ਰਿਹਾ ਹੈ, ਜਿਹੜੇ ਜੱਜ ਸਾਹਿਬ ਨੂੰ ਇਹ ਧਮਕਾ ਚੁੱਕਿਆ, ਹਾਈ ਕੋਰਟ ਦੇ ਜੱਜ ਸਾਹਿਬ ਨੂੰ ਧਮਕਾ ਚੁੱਕਿਆ ਹੈ, ਦਿੱਲੀ ਜਿੱਥੇ ਦੀ ਟ੍ਰਾਇਲ ਚੱਲ ਰਹੀ ਹੈ ਉੱਥੋਂ ਦੇ ਜੱਜ ਸਾਹਿਬ ਦੇ ਖਿਲਾਫ ਐਲੀਗੇਸ਼ਨਸ ਲਾ ਚੁੱਕਿਆ ਹੈ, ਜਿਹੜੇ ਫਿਰ ਇਹਨੂੰ ਮਾਫੀ ਮੰਗ ਕੇ ਵਾਪਸ ਲੈਣੇ ਪਏ। ਸੋ ਆਬਵੀਅਸਲੀ ਗੱਲ ਹੈ, ਜਿਹੜਾ ਜੱਜ ਇਹਦੇ ਖਿਲਾਫ ਜਾਂਦਾ ਹੈ ਇਨਸਾਫ ਕਰਨ ਦੀ ਕੋਸ਼ਿਸ਼ ਕਰਦੇ ਉਹਨੂੰ ਡਰਾਉਣਾ ਸ਼ੁਰੂ ਕਰ ਦਿੰਦਾ ਹੈ। ਸੋ ਇਸ ਕਰਕੇ ਸੁਮੇਧ ਸਿੰਘ ਸੈਣੀ ਦਾ ਉਹ ਸਾਰਾ ਚਿੱਠਾ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਜਿੱਥੇ ਇਹਦੇ ਖਿਲਾਫ ਇਹ ਲਿਖਿਆ ਹੈ ਕਿ ਇਹੋ ਜਿਹੇ ਨੂੰ ਹਿਊਮਨ ਰਾਈਟਸ ਪਰਪੈਟਰੇਟਰ ਨੂੰ DGP ਬਣਾਇਆ ਜਾਂਦਾ ਇੰਡੀਆ ਦੇ ਵਿੱਚ ਔਰ ਇੰਡੀਆ ਲਈ ਬੜੀ ਸ਼ਰਮਸਾਰ ਗੱਲ ਹੈ, ਉਹੋ ਜਿਹੀ ਰਿਪੋਰਟ ਵੀ ਅਸੀਂ ਨਾਲ ਲਾਈ ਹੈ। ਜਸਟਿਸ ਝਾਂਜੀ ਦਾ ਆਰਡਰ ਲਾਇਆ ਜਿਹਦੇ ਵਿੱਚ ਇਹਨੇ ਜਸਟਿਸ ਝਾਂਜੀ ਨੇ ਇਹਦੇ ਖਿਲਾਫ ਸਟ੍ਰਿਕਚਰ ਪਾਸ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਧਮਕਾਇਆ ਔਰ ਸਾਰਾ ਕੀਤਾ। ਵਿਟਨੈਸਿਸ ਦੀਆਂ ਡਿਟੇਲਸ ਦਿੱਤੀਆਂ ਜਿਵੇਂ ਇਹਨੇ ਵਿਟਨੈਸਿਸ ਧਮਕਾਏ, ਉਹ ਸਾਰਾ ਅਸੀਂ ਸੁਪਰੀਮ ਕੋਰਟ ਦੇ ਸਾਹਮਣੇ ਰੱਖਿਆ। ਔਰ ਹੁਣ ਤਾਂ ਬਰਗਾੜੀ ਔਰ ਬਹਿਬਲ ਕਲਾਂ ਦੇ ਵਿੱਚ ਵੀ ਇਹ ਨਾਮਜ਼ਦ ਹੈ। ਬਿਲਕੁਲ। ਇਨਫੈਕਟ ਇਹ ਨਾਮਜ਼ਦ ਹੁਣ ਦਾ ਨਹੀਂ ਹੈ, ਅਕਾਲੀ ਸਰਕਾਰ ਵੇਲੇ ਦਾ ਹੀ ਨਾਮਜ਼ਦ ਹੈ। ਜੇ ਤੁਸੀਂ ਲੀਗਲ ਪ੍ਰੈਕਟੀਕਲੀ ਦੇਖੋ ਉਹਦਾ ਕਾਰਨ ਹੈ ਜੇ ਇਹਦਾ ਕੋਈ ਰੋਲ ਹੀ ਨਹੀਂ ਸੀ ਤੇ ਉਹ ਅਕਾਲੀ ਸਰਕਾਰ ਨੇ ਇਹਨੂੰ ਟ੍ਰਾਂਸਫਰ ਆਊਟ ਕਿਉਂ ਕੀਤਾ? ਸਰਕਾਰ ਆਪਣਾ DGP ਕਿਉਂ ਬਦਲੂਗੀ? ਇਹਦੀ ਤਾਂ ਸਰਵਿਸ ਪਈ ਸੀ, ਉਹਨਾਂ ਨੇ 2.5 ਸਾਲਾਂ ਬਾਅਦ ਹੀ ਬਦਲਤਾ। ਮਿਡ ਟਰਮ ਬਦਲਣ ਦਾ ਕਾਰਨ ਹੀ ਆ ਹੋਇਆ ਕਿ ਬਰਗਾੜੀ ਬਹਿਬਲ ਕਲਾਂ 'ਚ ਇਹਦਾ ਰੋਲ ਸੀ। ਇਹਦੀ ਇਨਕੰਪੀਟੈਂਸ ਔਰ ਇਹਦਾ ਨੈਗੇਟਿਵ ਰੋਲ ਦੇਖ ਕੇ, ਇਹਦਾ ਇਲੀਗਲ ਰੋਲ ਦੇਖ ਕੇ ਉਹਨਾਂ ਨੇ ਇਹਨੂੰ ਟ੍ਰਾਂਸਫਰ ਆਊਟ ਕੀਤਾ। ਇਹ ਕੋਈ ਵੈਂਡੇਟਾ ਨਹੀਂ ਹੋ ਰਿਹਾ, ਇਹ ਪਬਲਿਕ ਵੀ ਜਾਣਦੀ ਹੈ। ਤੁਸੀਂ ਪ੍ਰੈਸ ਦੇ ਵਿੱਚ ਸਟੋਰੀਜ਼ ਕਵਰ ਕੀਤੀਆਂ ਹੋਣੀਆਂ ਉਸ ਵੇਲੇ ਦੀ, ਇਹਦੀ ਤਸ਼ੱਦਦ ਕਵਰ ਕੀਤੀ ਹੈ, ਇਹਦਾ ਹੀ ਰੋਲ ਸੀ, ਉਹ ਵੀ ਅਸੀਂ ਕੋਰਟ ਦੇ ਸਾਹਮਣੇ ਰੱਖਿਆ। ਇਹ ਉਸ ਚੀਜ਼ ਨੂੰ ਵੈਂਡੇਟਾ ਕਹਿ ਰਿਹਾ। ਉਹ ਸੁਮੇਧ ਸਿੰਘ ਸੈਣੀ ਦੀ ਆਦਤ ਹੈ ਕਿ ਜਦੋਂ ਬੇਨਕਾਬ ਹੋਣ ਲੱਗਦਾ ਤੇ ਰੋਣਾ ਸ਼ੁਰੂ ਕਰ ਦਿੰਦਾ ਜੀ ਵੈਂਡੇਟਾ ਹੈ, ਵੈਂਡੇਟਾ ਹੈ। ਰਿਐਲਿਟੀ ਕੀ ਹੈ ਕਿ ਸੁਮੇਧ ਸਿੰਘ ਸੈਣੀ ਨੇ ਇਨੋਸੈਂਟ ਲੋਕ ਮਾਰੇ ਆ, ਉਹਦੇ 'ਚ ਕੋਈ ਦੋ ਰਾਏ ਨਹੀਂ। ਔਰ ਹਿਊਮਨ ਰਾਈਟਸ ਦੀ ਜਿਹੜੀ ਉਹ ਰਿਪੋਰਟ ਹੈ ਜਨਰਲ ਅਸੈਂਬਲੀ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ, ਉਹਦੇ ਵਿੱਚ ਕਿਹਾ ਹੈ ਕਿ ਅਸੀਂ ਫੈਮਿਲੀਜ਼ ਨੂੰ ਵੀ ਪੁੱਛਿਆ ਹੈ, ਬਹੁਤ ਫੈਮਿਲੀਜ਼ ਨੇ ਸਾਨੂੰ ਡਿਟੇਲਸ ਦਿੱਤੀਆਂ ਇਹਦੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਦੀਆਂ। ਔਰ ਤੁਸੀਂ ਵੇਖ ਲਓ CBI ਵੀ ਇਹਨੂੰ ਪ੍ਰੋਸੀਕਿਊਟ ਕਰ ਰਹੀ ਹੈ ਇਨੋਸੈਂਟ ਲੋਕਾਂ ਨੂੰ ਮਾਰਨ ਲਈ। ਜੀ ਜੀ। ਸੋ ਅਸਲੀ ਚਿਹਰਾ ਤਾਂ ਸੁਮੇਧ ਸਿੰਘ ਸੈਣੀ ਦਾ ਕਾਤਿਲ ਦਾ ਹੀ ਹੈ, ਇਨੋਸੈਂਟ ਲੋਕਾਂ ਦੇ ਕਾਤਿਲ ਹੋਣ ਦਾ। ਔਰ ਉਹ ਇੱਕ ਹਿੰਦੂ ਫੈਮਿਲੀ ਹੈ, ਲੁਧਿਆਣੇ ਦੀ ਹਿੰਦੂ ਬਿਜ਼ਨਸ ਫੈਮਿਲੀ ਜਿਹਨੂੰ ਇਹਨੇ ਮਾਰਿਆ ਜੀ, ਜਿਹਦੇ ਲਈ CBI ਨੂੰ ਪ੍ਰੋਸੀਕਿਊਟ ਕਰ ਰਹੀ ਹੈ। ਸੋ ਆ ਸੈਣੀ ਦੀ ਅਸਲੀਅਤ ਹੈ ਜੀ। ਸੋ ਪ੍ਰਦੀਪ ਵਿਰਕ ਜੀ, ਕਿਉਂਕਿ ਬਹੁਤ ਸਾਰੇ ਦਰਸ਼ਕ ਵੀ ਤੁਹਾਨੂੰ ਸੁਣ ਰਹੇ ਨੇ ਤੇ ਪੀੜਤ ਪਰਿਵਾਰ, ਉਹਨਾਂ ਦੇ ਬ੍ਰਦਰ ਬਲਵੰਤ ਸਿੰਘ ਮੁਲਤਾਨੀ ਦੇ ਪਰਵਿੰਦਰ ਸਿੰਘ ਮੁਲਤਾਨੀ ਹੋਰਾਂ ਜਿਨ੍ਹਾਂ ਦੀ ਸ਼ਿਕਾਇਤ ਤੇ ਤੁਸੀਂ ਉਹਨਾਂ ਵੱਲੋਂ ਕੇਸ ਲੜ ਰਹੇ ਹੋ, ਉਹ ਪੀੜਤ ਪਰਿਵਾਰ ਵੀ ਚਾਹੁੰਦਾ ਕਿ ਛੇਤੀ ਤੋਂ ਛੇਤੀ ਇਨਸਾਫ ਮਿਲੇ। ਬਹੁਤ ਸਾਰੇ ਦਰਸ਼ਕ ਵੀ ਚਾਹੁੰਦੇ ਨੇ ਕਿ ਸੁਮੇਧ ਸਿੰਘ ਸੈਣੀ ਵਰਗੇ ਜਿਨ੍ਹਾਂ ਤੋਂ ਇੰਨੇ ਗੰਭੀਰ ਇਲਜ਼ਾਮ ਨੇ ਉਹ ਛੇਤੀ ਤੋਂ ਛੇਤੀ ਜੇਲ੍ਹਾਂ ਦੇ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਸਜ਼ਾ ਹੋਵੇ। ਤੁਹਾਨੂੰ ਕੀ ਲੱਗਦਾ ਕਿ ਅੱਜ ਤੁਹਾਡੇ ਕੋਲ ਕੀ ਮਜ਼ਬੂਤ ਆਧਾਰ ਬਚਿਆ ਕਿ ਹਾਲੇ ਵੀ ਤੁਸੀਂ ਇਹ ਕਹਿੰਦੇ ਹੋ ਕਿ ਸੁਮੇਧ ਸਿੰਘ ਸੈਣੀ ਨੂੰ ਤੁਸੀਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ? ਦੇਖੋ ਐਵੀਡੈਂਸ ਬਹੁਤ ਆਈ ਹੈ, ਐਵੀਡੈਂਸ ਜਿੰਨੀ ਆਈ ਹੈ ਇਲੀਗਲ ਡਿਟੈਂਸ਼ਨ ਦੀ ਆ ਗਈ, ਝੂਠੇ ਪਰਚੇ ਪਾਏ ਹੋਣ ਦੀ ਆ ਗਈ, ਕਸਟਡੀ ਚੋਂ ਗਾਇਬ ਹੋਣ ਦੀ ਆ ਗਈ। ਐਵੀਡੈਂਸ ਜਿਹੜੇ ਕਾਗਜ਼ ਹੁਣ ਤੱਕ ਸਾਹਮਣੇ ਆਏ ਉਹ ਸਾਰੇ ਡਾਕੂਮੈਂਟਰੀ ਐਵੀਡੈਂਸ ਜਿਹੜੇ ਕੋਰਟ ਦੇ ਵਿੱਚ ਹੁਣ ਤੱਕ ਲੱਗ ਚੁੱਕੇ ਹੁਣ ਉਹ ਪਬਲਿਕ ਡੋਮੇਨ 'ਚ ਆ ਚੁੱਕੇ ਹੈ, ਜਿਹਦੇ ਵਿੱਚ ਇਹ ਸਾਰਾ ਕੁਝ ਔਨ ਰਿਕਾਰਡ ਆ ਚੁੱਕਿਆ ਹੈ। ਆਰਡਰਸ ਦੇ ਵਿੱਚ ਮੈਂਸ਼ਨਡ ਹੈ ਸਪੈਸੀਫਿਕਲੀ ਕਿ ਆਹ ਐਵੀਡੈਂਸ ਸੁਮੇਧ ਸਿੰਘ ਸੈਣੀ ਦੇ ਖਿਲਾਫ ਹੈ, ਜਿਹਦਾ ਉਹ ਜਵਾਬ ਹੀ ਨਹੀਂ ਦੇ ਰਿਹਾ। ਹੁਣ ਜਦੋਂ ਮੁਲਤਾਨੀ ਨੂੰ 11 ਨੂੰ ਚੁੱਕ ਕੇ 13 ਨੂੰ ਉਹਦੇ ਤੇ ਪਰਚਾ ਪਾਤਾ, ਜਿਹੜਾ ਉਹ ਆਪ SHO ਦੱਸ ਰਿਹਾ ਕਿ ਜੀ ਮੈਂ ਆ ਹਰ ਕੰਮ ਕੀਤਾ ਸੀ, ਉਸ ਤੋਂ ਬਾਅਦ ਸਾਨੂੰ ਕੀ ਐਵੀਡੈਂਸ ਚਾਹੀਦੀ ਹੈ? ਅਸੀਂ ਐਕਸਪੈਕਟ ਨਹੀਂ ਕਰਾਂਗੇ ਕਿ ਜੀ ਉਹਦੇ ਕੱਪੜੇ ਰਿਕਵਰ ਹੋਣਗੇ, ਉਹ ਡੰਡਾ ਜਿਹੜਾ ਟਾਰਚਰ 'ਚ ਯੂਜ਼ ਹੋਇਆ ਉਹ ਰਿਕਵਰ ਹੋਊਗਾ, ਪਰ ਸੁਮੇਧ ਸਿੰਘ ਸੈਣੀ ਦੀ ਇਨਵੋਲਵਮੈਂਟ ਤਾਂ ਬਾਹਰ ਆ ਗਈ, ਉਹਦਾ ਰੋਲ ਤਾਂ ਬਾਹਰ ਆ ਗਿਆ। ਉਹ ਜਿਹੜਾ ਲਿੰਕ ਬਣ ਰਿਹਾ ਹੈ ਔਰ ਸੁਮੇਧ ਸਿੰਘ ਸੈਣੀ ਦੇ ਮੋਡਸ ਆਪਰੈਂਡੀ ਹਰ ਜਗ੍ਹਾ ਹੀ ਆ ਹੀ ਰਹਿੰਦੀ ਹੈ, ਉਹਦਾ ਕੰਮ ਕਰਨ ਦਾ ਤਰੀਕਾ ਹਰ ਜਗ੍ਹਾ ਹੀ ਰਹਿੰਦਾ ਹੈ ਕਿ ਇਸ ਤਰੀਕੇ ਨਾਲ ਘਟੀਆ ਟਾਰਚਰ ਕਰੋ ਤੇ ਫਿਰ ਬੋਡੀ ਡਿਸਪੋਜ਼ ਆਫ ਕਰੋ। ਉਹ ਸਾਰਾ ਕੁਝ ਮੈਚ ਕਰ ਰਿਹਾ। ਇੱਕ ਵਾਰੀ ਉਹ ਤਫਤੀਸ਼ ਹੋ ਜੂਗੀ ਜੀ ਜੀ, ਤੇ ਸੁਮੇਧ ਸਿੰਘ ਸੈਣੀ ਦਾ ਤਾਂ ਸ਼ਿਕੰਜਾ 100% ਕੱਸਿਆ ਜਾਂਦਾ, ਇਹ ਨਹੀਂ ਉਹਦੇ ਚੋਂ ਨਿਕਲਦਾ। ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਹੈ? ਜਿਸ ਹਿਸਾਬ ਨਾਲ ਤੁਸੀਂ ਹੁਣ ਗੱਲ ਆਖੀ ਹੈ
ਕਿ ਜਿਹੜੇ ਕੈਨੇਡਾ ਬੰਦਾ ਫਰਾਰ ਹੋ ਗਿਆ ਤਤਕਾਲੀ SHO ਉਸ ਨੂੰ ਸਪੁਰਦ ਕਰਨ ਦੇ ਲਈ ਹੁਣ ਕਾਰਵਾਈ ਸ਼ੁਰੂ ਕੀਤੀ ਜਾਏਗੀ ਇਹਨਾਂ ਦੇ ਵੱਲੋਂ? ਦੇਖੋ ਜੇ ਤਾਂ ਐਕਸਟ੍ਰੈਡੀਸ਼ਨ ਵਗੈਰਾ ਦਾ ਅਸੀਂ ਟੋਟਲ ਪ੍ਰੋਸੈਸ ਦੇਖੀਏ ਤਾਂ ਸਾਲਾਂ ਦੇ ਸਾਲ ਲੈ ਲੈਂਦਾ ਹੈ, ਪਰ ਇਹਦੇ ਵਿੱਚ ਵੇ ਆਊਟ ਇਹ ਹੁੰਦਾ ਹੈ ਕਿ ਇੱਕ ਜਣਾ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰ ਦਿਓ, ਉਹਦਾ ਬਾਅਦ ਚਲਾਨ ਅੱਡ ਆਉਂਦਾ ਹੈ, ਉਹਦੀ ਟਰਾਇਲ ਅੱਡ ਚੱਲਦੀ ਹੈ, ਤੇ ਜਿਹੜੇ ਬਾਕੀ ਅਕਿਊਜ਼ਡ ਹੈ ਉਹਨਾਂ ਦੇ ਖਿਲਾਫ ਚਲਾਨ ਆ ਕੇ ਉਹਨਾਂ ਦੀ ਟਰਾਇਲ ਹੋ ਜਾਏ। ਪਰ ਅਜੇ ਤਾਂ ਤਫਤੀਸ਼ ਦੀਆਂ ਮੇਰੇ ਕੋਲ ਕੋਈ ਡਿਟੇਲਸ ਨਹੀਂ ਹੈ, ਮੈਂ ਦੱਸ ਨਹੀਂ ਸਕਦਾ ਕਿ ਕਦੋਂ ਤੱਕ ਆਪਣੀ ਤਫਤੀਸ਼ ਕਨਕਲੂਡ ਕਰਦੇ ਆ ਜਾਂ ਕਿੰਨਾ ਟਾਈਮ ਲੈਂਦੇ ਆ, ਕਿਉਂਕਿ ਅਜੇ ਇਹਦੇ ਵਿੱਚ ਵੀ ਬਹੁਤ ਡਿਟੇਲਸ ਹੋਰ ਆਉਣੀਆਂ ਕਿ ਕਿਹੜੇ ਪੁਲਿਸ ਵਾਲੇ ਹੋਰ ਇਨਵੋਲਵ ਸੀ, ਕਿਹਦਾ ਕੀ ਰੋਲ ਸੀ, ਉਹ ਜੇ ਡਿਟੇਲਸ ਬਾਹਰ ਨਹੀਂ ਆ ਰਹੀਆਂ ਉਹ ਤਾਂ ਜਦੋਂ ਕੋਰਟ ਨੂੰ ਅਪਰਾਈਜ਼ ਕਰਨਗੇ ਉਦੋਂ ਪਤਾ ਲੱਗੂਗਾ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ, 29 ਸਾਲ ਪੁਰਾਣਾ ਕੇਸ ਹੈ, ਨਾ ਤਾਂ ਸਾਡੇ ਕੋਲ ਇਹੋ ਜਿਹੇ ਗਵਾਹ ਨੇ ਜਿੰਨੇ ਸੀ ਉਹ SIT ਕੋਲ ਜਾ ਚੁੱਕੇ ਹੈ। ਜੇ ਤੁਹਾਡੇ ਕੋਲ ਕੋਈ ਵੀ ਕਿਸੇ ਇਨਸਾਨ ਨੂੰ ਕੋਈ ਸੱਚਾਈ ਪਤਾ ਹੈ ਇਸ ਕੇਸ ਦੀ, ਕੋਈ ਫੈਕਟਸ ਪਤਾ ਹੈ ਜਾਂ ਇਹਦੇ ਕੀਤੇ ਹਰਕਤਾਂ ਬਾਰੇ ਪਤਾ ਹੈ, ਤੇ ਪਲੀਜ਼ ਅੱਗੇ ਆ ਕੇ ਆਪਣੇ ਬਿਆਨ ਦਰਜ ਕਰਵਾਓ ਤਾਂ ਕਿ ਸੁਮੇਧ ਸਿੰਘ ਸੈਣੀ ਨੂੰ ਉਹਦੇ ਪਾਪਾਂ ਦੀ ਅਸੀਂ ਸਜ਼ਾ ਦਵਾ ਸਕੀਏ, ਕੇਸ ਨੂੰ ਉਹਦੇ ਅੰਜਾਮ ਤੱਕ ਲਿਜਾ ਸਕੀਏ। ਇਹੀ ਨਹੀਂ ਜੇ ਦੂਜੇ ਕੇਸਿਸ ਦੀ ਵੀ ਇਹਦੀਆਂ ਡਿਟੇਲਸ ਪਤਾ ਹੈ ਉਹ ਵੀ ਐਟਲੀਸਟ ਅੱਗੇ ਆ ਕੇ ਦੱਸੋ ਤਾਂ ਕਿ ਵਰਦੀਆਂ ਨੂੰ ਬੇਦਾਗ ਕੀਤਾ ਜਾ ਸਕੇ ਔਰ ਵਰਦੀ ਵਾਲਿਆਂ 'ਚ ਦੁਬਾਰਾ ਪਬਲਿਕ ਦਾ ਫੇਥ ਬਣੇ, ਵਰਦੀ ਵਾਲੇ ਰਕਸ਼ਕ ਬਣਨ ਭਕਸ਼ਕ ਨਹੀਂ। ਇਸ ਕਰਕੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਅੱਗੇ ਆਓ ਔਰ ਜਿਹਨੂੰ ਜੋ ਪਤਾ ਹੈ ਉਹ ਫੈਕਟਸ ਪਲੀਜ਼ ਬਿਆਨ ਕਰੋ, ਔਰ ਅਖੀਰਲੀ ਗੁਜ਼ਾਰਿਸ਼ ਇਹ ਕਰਾਂਗਾ ਕਿ ਆਪਣੀਆਂ ਅਰਦਾਸਾਂ ਬਰਕਰਾਰ ਰੱਖਿਓ, ਫਤਿਹ ਜ਼ਰੂਰ ਹਾਸਿਲ ਕਰਾਂਗੇ। ਸੋ ਇਹ ਸਨ ਐਡਵੋਕੇਟ ਪ੍ਰਦੀਪ ਵਿਰਕ ਜੀ ਜੋ ਬਲਵੰਤ ਸਿੰਘ ਮੁਲਤਾਨੀ ਦਾ ਕੇਸ ਦੇਖ ਰਹੇ ਨੇ, ਪੀੜਤ ਪਰਿਵਾਰ ਦੇ ਵੱਲੋਂ ਇਹ ਕੇਸ ਲੜ ਰਹੇ ਨੇ। ਸੁਮੇਧ ਸਿੰਘ ਸੈਣੀ ਪੰਜਾਬ ਦਾ ਸਾਬਕਾ DGP, ਉਹਨਾਂ ਨੂੰ ਭਾਜੜਾਂ ਪਵਾਉਣ ਵਾਲੇ ਪ੍ਰਦੀਪ ਵਿਰਕ ਨੇ। ਪਰ ਇਸ ਮਾਮਲੇ ਦੇ ਵਿੱਚ ਜੋ ਨਜ਼ਰ ਆ ਰਿਹਾ ਕਿਤੇ ਨਾ ਕਿਤੇ SIT ਥੋੜੀ 2 ਕਦਮ ਪਿੱਛੇ ਨੂੰ ਚੱਲ ਰਹੀ ਹੈ ਔਰ ਸੁਮੇਧ ਸਿੰਘ ਸੈਣੀ SIT ਨਾਲੋਂ 2 ਕਦਮ ਅੱਗੇ ਚੱਲ ਰਿਹਾ ਹੈ। ਜਿਸ ਸ਼ਖਸ ਦੇ ਉੱਤੇ ਇਹ ਗੰਭੀਰ ਇਲਜ਼ਾਮ ਹੋਣ ਕਿ ਕਾਲੇ ਦੌਰ ਦੇ ਦੌਰਾਨ ਉਸ ਸ਼ਖਸ ਨੇ ਨੌਜਵਾਨ ਘਰਾਂ ਦੇ ਵਿੱਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ, ਉਸ ਤੋਂ ਬਾਅਦ ਜੱਜ ਨੂੰ ਧਮਕੀਆਂ ਦਿੰਦਾ ਉਹ, ਤੇ ਇਸ ਤੋਂ ਇਲਾਵਾ ਅਜੇ ਇਲਜ਼ਾਮ ਕਿ ਉਹ ਕਈ ਅਜੇ ਐਨਕਾਊਂਟਰ ਕਰ ਚੁੱਕਿਆ ਹੈ ਜਿਹੜੇ ਹਾਲੇ ਵੀ ਕੇਸ ਦੱਬੇ ਹੋਏ ਨੇ। ਬਹੁਤ ਸਾਰੀ ਸੱਚਾਈਆਂ ਹੈਗੀਆਂ ਨੇ ਇਸ ਮਾਮਲੇ ਦੇ ਵਿੱਚ। ਜਿਹੜੇ SHO ਦੱਸੇ ਜਾ ਰਹੇ ਨੇ ਚੰਡੀਗੜ੍ਹ 17 ਸੈਕਟਰ ਦੇ, ਉਹ ਕੈਨੇਡਾ ਫਰਾਰ ਹੋ ਜਾਂਦੇ ਨੇ, ਤੇ ਇੱਥੇ SIT ਕੀ ਕਰ ਰਹੀ ਸੀ? ਇਹ ਸਭ ਤੋਂ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ। SIT ਨੂੰ ਆਪਣੀ ਜਾਂਚ ਹੋਰ ਤੇਜ਼ ਕਰਨੀ ਚਾਹੀਦੀ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਜਿਸ ਸ਼ਖਸ ਦੇ ਉੱਤੇ ਇੰਨੇ ਗੰਭੀਰ ਇਲਜ਼ਾਮ ਹੋਣ ਉਸ ਨੂੰ ਛੇਤੀ ਤੋਂ ਛੇਤੀ ਫੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬਿਠਾਉਣਾ ਚਾਹੀਦਾ ਹੈ, ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ। ਉਮੀਦ ਕਰਦੇ ਹਾਂ ਕਿ ਬਲਵੰਤ ਸਿੰਘ ਮੁਲਤਾਨੀ ਤੇ ਉਹਨਾਂ ਦੇ ਪੀੜਤ ਪਰਿਵਾਰ ਨੂੰ ਛੇਤੀ ਤੋਂ ਛੇਤੀ ਇਨਸਾਫ ਮਿਲੇਗਾ। ਹੁਣ ਮੈਨੂੰ ਅਮਨ ਮੋਹਨ ਮੁਜਾਲ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।